तरह कि आप जी सारे जानते हो, ज्ञानी जसपीत सिंह जी हेड ग्रंथी की ड्यूटी निभा रहे ने गुरुद्वारा रेस कोर्स गोबिंद नगर देहरादून विखे। एंड इतने समय तो आप जी ज्ञानी जी ਨੂੰ सुन रहे हो, ਮੈਨੂੰ फोन भी आते ने, सैशन तो बाद मैसेजेस भी आते ने। बहुत ही ਐਪਰੀਸ਼ੀਏਟ ਕੀਤਾ ਜਾਂਦਾ ਹੈ ਜਦ ਵੀਰ ਜੀ ਸਵਾਲਾਂ ਨੂੰ ਬੜੇ ਟੈਕਨੀਕਲੀ ਗੁਰਬਾਣੀ ਦੇ ਚਾਨਣ ਦੇ ਵਿੱਚ ਇਤਿਹਾਸ ਦੇ ਮਿਸਾਲਾਂ ਨੂੰ ਲੈ ਕੇ ਅੱਜ ਦੇ ਐਗਜ਼ਾਮਪਲ ਲੈ ਕੇ ਆਪ ਜੀ ਨੂੰ ਸਮਝਾਉਂਦੇ ਨੇ। ਵੀਰ ਜੀ ਜ਼ਿਆਦਾ ਸਮਾਂ ਮੈਂ ਨਹੀਂ ਲੈਂਦਾ ਤੇ ਅੱਜ ਦੇ ਸੈਸ਼ਨ ਨੂੰ ਅਸੀਂ ਅੱਗੇ ਵਧਾਉਂਦੇ ਹਾਂ। ਜ਼ਰੂਰ ਜੀ। ਅੱਜ ਦਾ ਜੋ ਪਹਿਲਾ ਸਵਾਲ ਵੀਰ ਜੀ ਸੰਗਤ ਵੱਲੋਂ ਆਇਆ ਹੈ, what does ਗੁਰਬਾਣੀ says about the formation of the universe? ਇਸ ਪਤਾਲ ਨੂੰ ਬਣਾਉਣ ਦੇ ਲਈ, ਇਸ ਦੇ ਬਾਰੇ ਜੋ ਪਤਾਲ ਦੀ ਸਿਰਜਣਾ ਹੈ ਇਹਦੇ ਬਾਰੇ ਗੁਰਬਾਣੀ ਕੀ ਕਹਿੰਦੀ ਹੈ, ਇਹ ਪਹਿਲਾ ਸਵਾਲ ਹੈ। ਆਪਾਂ ਇੱਥੋਂ ਅੱਜ ਦੀ ਕੁਐਸਟ ਫੀਲਡ ਨੂੰ ਸਟਾਰਟ ਕਰਦੇ ਹਾਂ ਜੀ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। what does ਗੁਰਬਾਣੀ says about the creation of universe, ਇਹ ਸਵਾਲ ਹੈ ਨਾ ਜੀ। ਤੇ ਕ੍ਰੀਏਸ਼ਨ ਆਫ ਯੂਨੀਵਰਸ ਜਿਹਨੂੰ ਅਸੀਂ ਬ੍ਰਹਿਮੰਡ ਕਹਿੰਦੇ ਹਾਂ, ਸ੍ਰਿਸ਼ਟੀ ਕਹਿੰਦੇ ਹਾਂ, ਗੁਰਬਾਣੀ ਦੇ ਵਿੱਚ ਇਹਦੇ ਲਈ ਜਗਤ ਸ਼ਬਦ ਵੀ ਆਇਆ ਹੈ, ਜਗ ਸ਼ਬਦ ਵੀ ਆਇਆ ਹੈ। ਤੇ ਬੜਾ ਸਵਾਦਲਾ ਪ੍ਰਸ਼ਨ ਹੈ ਔਰ ਸਵਾਦਲਾ ਹੀ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੱਸਿਆ ਗਿਆ ਹੈ ਸ੍ਰਿਸ਼ਟੀ ਦੀ ਰਚਨਾ ਦੇ ਬਾਰੇ। ਇਸ ਪ੍ਰਸ਼ਨ ਦਾ ਉੱਤਰ ਅਸੀਂ ਤਕਰੀਬਨ 3 ਹਿੱਸਿਆਂ ਦੇ ਵਿੱਚ ਖੋਜ ਸਕਦੇ ਹਾਂ। ਜਿਵੇਂ ਸ੍ਰਿਸ਼ਟੀ ਦੀ ਰਚਨਾ ਕਿਸਨੇ ਕੀਤੀ, ਕਦੋਂ ਕੀਤੀ ਤੇ ਕਿਵੇਂ ਕੀਤੀ। ਇਹ 3 ਰੂਪ ਅਸੀਂ ਸ੍ਰਿਸ਼ਟੀ ਦੀ ਰਚਨਾ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਿੰਨੋਂ ਹੀ ਰੂਪ ਦਰਜ ਹਨ। ਇੱਕ ਹੋਰ ਰੂਪ ਵੀ ਆਉਂਦਾ ਹੈ ਫਿਰ ਸ੍ਰਿਸ਼ਟੀ ਵਿੱਚ ਕੀ ਕੁਝ ਹੈ ਔਰ ਇਹ ਸ੍ਰਿਸ਼ਟੀ ਕਦੋਂ ਤੱਕ ਰਵੇਗੀ, ਕਿਤਨਾ ਚਿਰ ਰਵੇਗੀ, ਸ੍ਰਿਸ਼ਟੀ ਤੋਂ ਪਹਿਲਾਂ ਕੀ ਸੀ, ਇਹਦੇ ਅੰਤ ਤੋਂ ਬਾਅਦ ਕੀ ਹੋਵੇਗਾ, ਇਸ ਤਰੀਕੇ ਦੇ। ਪਰ ਕਿਉਂਕਿ ਕ੍ਰੀਏਸ਼ਨ ਆਫ ਦਾ ਯੂਨੀਵਰਸ ਆਪ ਜੀ ਦਾ ਪ੍ਰਸ਼ਨ ਹੈ, ਇਸ ਕਰਕੇ ਮੈਂ ਇਹਨਾਂ 3 ਦਾਇਰਿਆਂ ਵਿੱਚ ਰਹਿੰਦੇ ਹੋਏ ਇਹਦਾ ਉੱਤਰ ਦੇਣ ਦਾ ਯਤਨ ਕਰਾਂਗਾ ਕਿ ਸ੍ਰਿਸ਼ਟੀ ਦੀ ਰਚਨਾ ਕਿਸਨੇ ਕੀਤੀ, ਕਦੋਂ ਕੀਤੀ ਔਰ ਕਿਵੇਂ ਕੀਤੀ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਚయిਤਾ ਦੀ ਗੱਲ ਆਏਗੀ, ਸਿਰਜਣਹਾਰ ਦੀ ਗੱਲ ਆਏਗੀ, ਕਿਉਂਕਿ ਰਚਨਾ ਕਰਨ ਵਾਲੇ ਨੂੰ ਰਚਨਹਾਰ ਕਹਿੰਦੀ ਹੈ ਬਾਣੀ, ਸਿਰਜਣਾ ਕਰਨ ਵਾਲੇ ਨੂੰ ਸਿਰਜਣਹਾਰ ਕਹਿੰਦੀ ਹੈ। ਇਹਦਾ ਇੱਕ ਸਿਨੋਨਮ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਵੀ ਆਇਆ ਹੈ ਜਾਂ ਵਿਧਾਤਾ ਸ਼ਬਦ ਵੀ ਆਇਆ ਹੈ। ਤੇ ਇਸ ਕਰਕੇ ਅਸੀਂ ਜਦੋਂ ਗੁਰਬਾਣੀ ਪੜਾਂਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ੍ਰਿਸ਼ਟੀ ਦੀ ਰਚਨਾ ਦਾ ਜੋ ਕਰਨਹਾਰ ਹੈ, ਭਾਵ ਕਿਨੇ ਕੀਤੀ ਹੈ, ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਬੜਾ ਇੱਕ ਸਪਸ਼ਟ ਜਿਹਾ ਵਾਕ ਆਖਦੇ ਹਨ, ਓੰਕਾਰ ਸਭ ਸ੍ਰਿਸ਼ਟ ਉਪਾਈ, ਸਭ ਖੇਲ ਤਮਾਸ਼ਾ ਤੇਰੀ ਵਡਿਆਈ। ਕਿ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਓੰਕਾਰ ਨੇ। ਓੰਕਾਰ ਦਾ ਅਰਥ ਹੈ ਇੱਕ ਰਸ ਰਹਿਣ ਵਾਲਾ ਪਰਮਾਤਮਾ ਜੋ ਸਦਾ ਥਿਰ ਹੈ ਔਰ ਜਿਹਦੇ ਬਾਰੇ ਕਹਿੰਦੇ ਹਨ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਆਦ ਪੂਰਨ, ਮਧ ਪੂਰਨ, ਅੰਤ ਪੂਰਨ ਪਰਮੇਸ਼ਵਰ। ਓੰਕਾਰ ਦੇ ਅਰਥ ਇਹ ਹਨ, ਜਿਹੜਾ ਇੱਕ ਰਸ ਰਹਿਣ ਵਾਲਾ ਓਮਨੀ ਪ੍ਰੈਜ਼ੈਂਟ ਪਰਮਾਤਮਾ ਹੈ। ਤੇ ਗੁਰੂ ਸਾਹਿਬ ਆਖਦੇ ਹਨ ਓੰਕਾਰ ਸਭ ਸ੍ਰਿਸ਼ਟ ਉਪਾਈ। ਉਸ ਓੰਕਾਰ ਨੇ, ਉਸ ਪਰਮਾਤਮਾ ਨੇ, ਉਸ ਰੱਬ ਨੇ, ਉਸ ਕਰਤਾਰ ਨੇ ਇਸ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਪਹਿਲਾ ਪੱਖ ਤੇ ਇਹ ਹੋਇਆ। ਤੇ ਆਪ ਜੀ ਨੇ ਸੋਦਰ ਦੀ ਬਾਣੀ ਹੁਣੇ ਪੜ੍ਹੀ ਹੋਏਗੀ, ਜਿਨ੍ਹਾਂ ਨੇ ਨਹੀਂ ਪੜ੍ਹੀ ਹੁਣੇ ਥੋੜੀ ਦੇਰ ਬਾਅਦ ਪੜ੍ਹਨਗੇ। ਉਹਦੇ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਵਾਕ ਸੋ ਪੁਰਖ ਵਿੱਚ ਅਸੀਂ ਪੜ੍ਹਦੇ ਹਾਂ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਹੁਣ ਇਹ ਜਿਹੜਾ ਤੁਧ ਸ਼ਬਦ ਆਇਆ ਹੈ ਇਹ ਪ੍ਰੋਨਾਉਨ ਹੈ, ਉਹ ਸੈਕਿੰਡ ਪਰਸਨ ਦੇ ਵਿੱਚ ਹੈ, ਤੂੰ। ਤੇ ਤੂੰ ਤੋਂ ਭਾਵ ਕੀ ਹੈ ਇੱਥੇ? ਤੁਧ ਸ਼ਬਦ ਕਿਹਦੇ ਲਈ ਆਇਆ ਹੈ? ਅਕਾਲ ਪੁਰਖ ਦੇ ਲਈ, ਕਰਤਾਰ ਦੇ ਲਈ, ਜਿਹਨੂੰ ਓੰਕਾਰ ਕਿਹਾ ਗਿਆ ਹੈ। ਓੰਕਾਰ ਸਰਬ ਸ੍ਰਿਸ਼ਟ, ਓੰਕਾਰ ਸਭ ਸ੍ਰਿਸ਼ਟ ਉਪਾਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ, ਸਿਰਜਣਾ ਵੀ ਤੂੰ ਆਪ ਕੀਤੀ, ਸਭ ਗੋਈ, ਗੋਈ ਦਾ ਅਰਥ ਹੈ ਨਾਸ ਕਰ ਦਿੱਤੀ, ਭਾਵ ਉਤਪਤੀ ਕਰਨ ਵਾਲਾ ਪਰਮਾਤਮਾ ਹੈ। ਉਤਪਤੀ ਕਰਨ ਤੋਂ ਬਾਅਦ ਸ੍ਰਿਸ਼ਟੀ ਨੂੰ ਅਸਥੰਭ ਦੇਣ ਵਾਲਾ, ਸਹਾਰਾ ਦੇਣ ਵਾਲਾ ਪਰਮਾਤਮਾ ਹੈ। ਤੇ ਉਸ ਤੋਂ ਬਾਅਦ ਇਸ ਸ੍ਰਿਸ਼ਟੀ ਦਾ ਨਾਸ ਕਰਨ ਵਾਲਾ ਵੀ ਪਰਮਾਤਮਾ ਹੈ। ਇਸ ਯੂਨੀਵਰਸ ਨੂੰ ਬਣਾਉਣ ਵਾਲਾ, ਟਿਕਾਣ ਵਾਲਾ,
ते मिटाण वाला परमात्मा आप है। किसने की थी? एक कॉन्सेप्ट क्लियर हो गया। करण कारण प्रभ एक है, दूसर ना ही कोई। सुखमनी साहब च पढ़ते हाँ, नानक तिस बलिहारण है, जल थल महियल सोए। कि सब कुछ करण कराण वाला कारण भी ते जो कुछ कीता गया है वो सब कुछ भी परमात्मा आप है। अगला फिर जो इहदा पक्ष आउंदा है भी कदों कीती। उस परमात्मा ने सृष्टि की रचना कदों कीती? किसने कीती? रब ने कीती, अकाल पुरख ने कीती। कदों कीती? ਇਹਦਾ जवाब गुरु ग्रंथ साहिब जी ने सानू इस ढंग नाल दिता है कि इस प्रश्न का उत्तर अज तक कोई खोज नहीं सकिया। जपजी साहिब जी की पावन बाणी जो असीं पढ़ांगे ना तो 21वीं पौड़ी आएगी जपजी साहिब जी की, तीरथ तप दयादत दान जे को पावे तिल का मान, सुनिया मनिया मन कीता भाओ, अंतरगत तीरथ मल नाओ, सब गुण तेरे में नाही कोय, विण गुण कीते भगत ना होए, स्वस्थ आथ बाणी बरमाओ, सत सुहान सदा मन चाओ। इस तो बाद सतगुरु जी आखदे इस सृष्टि रचना का कॉन्सैप्ट इत्थों शुरू होंदा भी कदों कीती। प्रश्न कीता इंटरोगेटिव रूप दे विच गुरु साहब कहंदे कवन सो वेला, वखत कवन, कवन थित, कवन वार, कवन से रुति, मह कवन जित होआ आकार। भाव कदों कीती ओ वेला किड़ा सी, कवन सो वेला। वखत दा भाव है वक्त, टाइम। ओ वक्त की सी? कवन सो वेला, वखत कवन, कवन थित, थित कहंदे ने तरीक नूं, डेट। ओ किहड़ी तरीक सी? कवन वार, ओ किहड़ा वार सी जिस दिन सृष्टि बनाई गई। कवन से रुति, ओ किहड़ी रुत सी, मौसम किहड़ा सी। महा कवन, महीना किहड़ा सी। जित होआ आकार, जिस वेले इस सृष्टि का आकार परमात्मा ने साजिया। हुण गुरु साहब जी ने प्रश्न ते आप ही कीता, पर इहदा उत्तर इंज नहीं दिता कि वह वेला कदों सी, वक्त कदों सी, वार किहड़ा सी, बल्कि सतगुरु आखदे कहंदे वेल ना पाईया पंडिती जे होवे लेख पुराण। कि अगर पंडितां नूं पता होंदी ये गल बई किहड़ी तरीक सी, किहड़ा मुहूर्त सी, किहड़ा वेला सी, किहड़ी रुत सी, किहड़ा महीना सी, ते उन्हां ने किधरे ना किधरे इहदा जिक्र पुराणां विच या अपने धर्म ग्रंथां विच कीता होना सी। लेकिन वेल ना पाईया पंडिती जे होवे लेख पुराण। फिर सतगुरु कहंदे वक्त ना पायो कादियां जे लिखन लेख कुरान। काजियां नूं भी इहदे बारे ज्ञान ना हो सकिया, नहीं तो वह अपने कुरान दे विच, धर्म पुस्तकां दे विच इहदे बारे कुछ ना कुछ दर्ज जरूर करदे। फिर तीसरा जो धर्म दा उस वेले आगू सी जोगी सी। सतगुरु कहंदे थित वार ना जोगी जाने, रुत माह ना कोई। ओ तरीक, ओ वार, ओ रुत, ओ महीना ये जोगियां नूं भी नहीं पता, जोगी नूं भी इस गल दा नहीं पता। फिर किनू पता है कि सृष्टि कदों बड़ी, जा करता सिर ठीकौ साजे, आपे जाने सोई। जिहड़ा करता पुरख, अकाल पुरख इस सृष्टि नूं साजण वाला है, वो आप ही जानदा है कि उन्हें इस सृष्टि नूं कदों पैदा कीता, कदों बढ़ाया, इहदी रचना कदों कीती। गुरु ग्रंथ साहिब जी दे विच एक बड़ा गहरा शब्द मारू राग अंदर गुरु नानक देव जी दा आउंदा है। सतगुरु उस शब्द दे विच एक जिक्र करदे हन। पातशाह कहंदे कि कदों बनाई ये किसी नूं भी नहीं पता, लेकिन एक ज्ञान सतगुरु ने सानू दिता कि सृष्टि की रचना तो पहले दी जो हालत सी, जो अवस्था सी, वो की सी। पातशाह कहंदे अरबद नरबद तुंधुकारा, धरण ना गगना हुक्म अपारा, ना दिन रैण ना चंद ना सूरज, सुन समाद लगाए दा। अरबद कहंदे हन 10 करोड़ सालां नूं, 10 मतलब करोड़ा साल। नरबद दा भाव है जिहदे लई करोड़ भी वरतना चंगा नहीं है, भाव के करोड़ भी जिहदे सामने वरतना, अरब शब्द वरतना भी जिहदे सामने तुच्छ पै जाएगा। कहण तो भाव के सृष्टि की रचना तो पहला बहुत समय तक हनेरा ही हनेरा सी। इन्हों गुरु ग्रंथ साहिब ने इंज भी कहा जुग 36 कियो गुबारा, कि 36 जुगां तक, भाव के बहुत लंबे समय तक हनेरा ही हनेरा सी। या इंज कह दिए उदों समा ही नहीं सी होंदा, वक्त ही नहीं सी। वक्त भी परमात्मा ने आप अपने हुक्म विच बनाया है। फिर सतगुरु आखदे कहंदे धरण ना गगना हुक्म अपारा, ना धरती सी ना आकाश सी, केवल परमात्मा दा हुक्म चल रहा सी। ना दिन रैण ना चंद ना सूरज, ना दिन सी ना रात सी, ना चंद्रमा सी ना सूरज सी। ते उस वेले की सी? सुन समाद लगाए दा। परमात्मा अफुर अवस्था दे विच सी। ओ हालत, ओ अवस्था रब जी दी जिस अवस्था दे विच कोई भी विचार, इच्छा फुरना पैदा नहीं होंदा।
ਇਸੇ ਪ੍ਰਕਾਰ ਦਾ ਇੱਕ ਜ਼ਿਕਰ ਅਸੀਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ। ਸੁਖਮਨੀ ਸਾਹਿਬ ਜੀ ਦੀ 21ਵੀਂ ਅਸ਼ਟਪਦੀ, ਜਬ ਆਕਾਰ ਇੱਕ ਅਛ ਨਾ ਦ੍ਰਿਸ਼ਟੇਤਾ, पाप पुन तब कहते होता, जब धारी आपन सुन समाद, तब बैर विरोध किस संग कमात। मतलब कि अगर आप देखोगे तो तकरीबन 6 पदियां दे विच सतगुरु जी ने सृष्टि की रचना तो पहले की गल की है बई पाप भी नहीं सी, पुन भी से नहीं, फिर स्वर्ग और नरक भी नहीं सी, लोग आपस विच लोग ही नहीं सन ते कोई ना वैर विरोध सी, कुछ भी नहीं सी उस वेले। ते सतवें पदे तो सतगुरु कहते, जहां आप रच्यो परपंच आकार, तेह गुण मैं कीनो विस्तार, पाप पुन तह भई कहावत, को नरक को सुरग बंछावत। भाव के रब ने अपने हुक्म दे विच अपने आप तो ही सृष्टि की रचना की। हुण किवें कीती? मैं 3 पॉइंट्स ते गल कीती। सब तो पहले किसने कीती? ओंकार सब सृष्ट उपाई, या तुद आपे सृष्ट सब उपाई जी, तुद आपे सिरस सब गोई। फिर कदों कीती? कदों का कोई जवाब नहीं मिलेगा, क्योंकि जा करता सिर ठीका साजे, आपे जाने सोई, या तुमरा लखा ना जाए पसारा, के बिद सजा प्रथम संसारा। पहले पातशाह और 10वें पातशाह दोनों ने इस सवाल का उत्तर इंज ही दिता है कि कोई इंसान ये नहीं दस सकता। इनू इंज आखदे, पिता का जन्म के जाने पूत, सगल परोई अपने सूत, पर सुमत ज्ञान ध्यान जिस दे, जनदास नाम ध्यावे से, पर ते गुण में जाको परमाए, जन्म मरे फिर आवे जाए। दोवें पक्ष उत्थे लए गए। हुण किवें कीती? किवें कीती दा जवाब सानू जपजी साहिब च मिलेगा। कीता पसाओ, एको कवाओ, तिसते होए लख दरियाओ। पसाओ, पसाओ का अर्थ है एक्सपेंशन, पसारा, है जो खिलियारा सी सृष्टि का। और कवाओ किया जाता है शब्द नू, हुक्म नू, वर्ड नू। मैं इत्थे जिक्र करा गुरमत का, इस तो पहला मैं 2-3 धर्मां दे विचों कंपैरेटिवली आप जी दे नाल विचार रखनी चाहांगा। जे असी सनातन धर्म पढ़िए, हिंदुइज्म जिन्हों असी आख दिंदे हां अज, ते सनातन धर्म का एक ग्रंथ है जिहदा नाम है शतपथ ब्राह्मण। ये उस धर्म का एक ग्रंथ है। इस ग्रंथ दे विच ये बोल लिखे हुए हैं कि जिस समय प्रजापति ने भूह किया ते धरती बन गई, ते भूह किया ते आकाश बन गया। अगे होर एक्सपेंशनस का उत्थे दसिया गया है कि वो परमात्मा कला सी, उसने अपने विचों ही एक स्त्री बना दी, और नर रूप से उसने मादा बना दी। ते उस मादा दे अंदर एक ख्याल आया भी इसने मेरे अपने आप तो ही मैनू बनाया, हुण मेरे नाल ही भोग कर रहा है। उसने वख-वख रूप धारने शुरू कर दिते। कदी वो बकरी बन गई ते ये जिहड़ा सी बकरा बन गया, घोड़ी बन गई ते घोड़ा बन गया। इस तरीके नाल उन्होंने दसिया कि सारियां जूना होंद विच आ गई। ये तरीका दसिया गया शतपथ ब्राह्मण दे विच, गुरमत दा नजरिया नहीं। फिर अगर असी देखांगे तो बाइबल दे विच एक जिक्र आउंदा है। बाइबल का जिहड़ा पहला ही तुसी अगर चैप्टर पढ़ोगे, जिथे हजरत नूह दी भी सानू उत्थे कहानी मिलती है, ते सब तो पहले आंदा है कि जिहड़ा परमात्मा है, उहदा जिहड़ा ईश्वर कहंदे हन लोग, ईश्वर दा जिहड़ा आत्मा सी वो पानी दे उत्ते तैरदा सी। ते उस परमात्मा ने की कीता? उस परमात्मा तो वर्ड होया। बाइबल विच भी वर्ड शब्द आया है, जिन्हों असी कवाओ कह रहे हैं इत्थे, कीता पसाओ एको कवाओ, या जिन्हों सनातन धर्म ने भू और भूआ किया है। इस्लाम इस शब्द नू कुन कहंदा है। कुन दा मतलब है हो जा। मतलब अगर धर्मां नू पढ़ांगे तो सारे धर्मां ने सृष्टि की रचना का जिक्र वर्ड तो कीता है, शब्द तो कीता है। वो शब्द वख-वख हो सकते हैं, पर मैं क्योंकि आना गुरमत के नजरिए वाल है, बाइबल दे विच जिक्र मिलता है कि उस परमात्मा ने पहले दिन सब तो पहले चानना बनाया, भाव के लाइट बनाई, और लाइट नू डार्कनेस तो, चानन नू हनेरे तो दूर कर दिता। दूजे दिन उसने आसमान बना दिता। तीजे दिन उसने ग्रास मतलब के घाह बना दी। चौथे दिन उसने सूरज चंद्रमा तारे यह बना दिते। पंजवें दिन उसने पानी बनाया, पानी दे विच रहन वाले जिहड़े जीव होंदे हन, सॉरी, वो बना दिते। फिर पंछी बना दिते। फिर 6वें दिन उसने एनिमल्स बनाए, कीड़े मकोड़े बनाए। ते 6वें दिन ही उसने इंसान नर नारी बनाए, और 7वें दिन उन्हें आराम किया। ते वो जो बाइबल कहती है कि 7वें दिन रब ने आराम किया, इसी करके हफ्ते विच 6 दिन वो लोग काम करते हैं, ते 7वां दिन वो सबत दा मनदे हैं, सबत दा दिन मन्निया गया। ते उस दिन सब कुछ छड़ के परमात्मा दा शुकराना करो, दी भगती करया करो। इस्लाम धर्म इंज आखदा है कि परमात्मा ने, बाइबल वाली ही थ्योरी इस्लाम धर्म विच आई, भाई 6 दिन तक असा ने सृष्टि साजी और 7वें दिन असी आराम किया,
लेकिन इस्लाम धर्म दे विच अरबी और फारसी दे विद्वानां ने ਇਹ ਦੱਸਿਆ ਹੈ ਕਿ ਕੁਨ ਸ਼ਬਦ ਖੁਦਾ ਤੋਂ ਹੋਇਆ। ਕੁਨ ਦਾ ਮਤਲਬ ਹੈ ਹੋ ਜਾ, ਤੇ ਉਸ ਕੁਨ ਤੋਂ ਬਾਅਦ ਇਸ ਸ੍ਰਿਸ਼ਟੀ ਦੀ ਰਚਨਾ ਹੋ ਗਈ, ਸਭ ਕੁਝ ਬਣ ਗਿਆ। ਔਰ ਮੋٹے ਤੌਰ ਤੇ ਉਹਨਾਂ ਨੇ ਸ੍ਰਿਸ਼ਟੀ ਨੂੰ 3 ਹਿੱਸਿਆਂ ਵਿੱਚ ਵੰਡਿਆ ਕਿ ਰੱਬ ਨੇ, ਖੁਦਾ ਨੇ ਆਪਣੇ ਨੂਰ ਤੋਂ ਫਰਿਸ਼ਤੇ ਬਣਾਏ, ਖੁਦਾ ਨੇ ਆਤਿਸ਼ ਤੋਂ ਭਾਵ ਅਗਨੀ ਤੋਂ ਸ਼ੈਤਾਨ ਬਣਾਏ, ਔਰ ਖਾਕ ਤੋਂ ਆਦਮ ਭਾਵ ਅਸੀਂ ਇਨਸਾਨ ਬਣਾਏ। ਗੁਰਮਤ ਦਾ ਜੋ ਨਜ਼ਰੀਆ ਹੈ, ਸਤਿਗੁਰੂ ਆਖਦੇ ਕਹਿੰਦੇ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਰੱਬ ਨੇ ਆਪਣੇ ਹੁਕਮ ਤੋਂ, ਆਪਣੇ ਵਰਡ ਤੋਂ ਇਸ ਸ੍ਰਿਸ਼ਟੀ ਦਾ ਪਸਾਰਾ ਕੀਤਾ। ਓੰਕਾਰ ਸ਼ਬਦ ਵੀ ਵਰਤਿਆ ਗਿਆ ਹੈ ਉੱਥੇ, ਲੇਕਿਨ ਉਸ ਸ਼ਬਦ ਨੂੰ ਸਤਿਗੁਰੂ ਜੀ ਨੇ ਕਿਸੇ ਬੈਖਰੀ ਰੂਪ ਵਿੱਚ ਨਹੀਂ ਲਿਆ, ਭਾਵ ਕਿ ਉਹ ਸ਼ਬਦ ਕਿਹੜਾ ਸੀ, ਸਿਰਫ ਸ਼ਬਦ ਵਰਤਿਆ ਗਿਆ ਹੈ। ਲੇਕਿਨ ਉਹ ਕੀ ਸੀ? ਜਿਵੇਂ ਉਹ ਕੁਨ ਕਹਿ ਰਹੇ ਹਨ, ਉਧਰ ਭੂ ਔਰ ਭੂਆ ਕਿਹਾ ਗਿਆ ਹੈ। ਗੁਰਮਤ ਦੇ ਵਿੱਚ ਉਸ ਸ਼ਬਦ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਉਹ ਸ਼ਬਦ ਕਿਹੜਾ ਸੀ। ਸਿਰਫ ਇਤਨਾ ਕਿਹਾ ਗਿਆ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਜਾਂ ਕਿਵੇਂ ਬਣਾਈ ਸ੍ਰਿਸ਼ਟੀ, ਹੁਕਮੀ ਸ੍ਰਿਸ਼ਟ ਸਾਜੀਅਨ ਬਹੁ ਪਿਤ ਸੰਸਾਰਾ। ਆਪਣੇ ਹੁਕਮ ਦੇ ਵਿੱਚ ਉਹਨੇ ਸ੍ਰਿਸ਼ਟੀ ਨੂੰ ਸਾਜਿਆ। ਦੂਸਰੇ ਪਾਸੇ ਅਸੀਂ ਆਖਦੇ ਹਾਂ, ਅਗਰ ਹੁਕਮ ਵਿੱਚ ਸਾਜਿਆ ਤੇ ਹੁਕਮ ਦਾ ਰੂਪ ਕੈਸਾ ਸੀ? ਇਹ ਵੀ ਜ਼ਿਕਰ ਜਪਜੀ ਸਾਹਿਬ ਚ ਆਇਆ, ਕਹਿੰਦੇ ਹੁਕਮੀ ਹੋਣ ਆਕਾਰ। ਹੁਕਮ ਦੇ ਵਿੱਚ ਆਕਾਰ ਤੇ ਬਣ ਜਾਂਦੇ ਹਨ ਸ੍ਰਿਸ਼ਟੀ ਦੇ, ਲੇਕਿਨ ਹੁਣ ਕੋਈ ਕਵੇ ਉਸ ਹੁਕਮ ਦੀ ਮੈਂ ਵਿਆਖਿਆ ਕਰਾਂਗਾ, ਹੁਕਮ ਨਾ ਕਹਿਆ ਜਾਏ। ਹੁਕਮ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਵੀ ਹੁਕਮ ਕਿਵੇਂ ਬਣਿਆ, ਕਿਵੇਂ ਉਸ ਹੁਕਮ ਦੇ ਵਿੱਚ ਸ੍ਰਿਸ਼ਟੀ ਬਣੀ। ਹਾਂ, ਇੱਕ ਪ੍ਰੋਸੈਸ ਗੁਰੂ ਗ੍ਰੰਥ ਸਾਹਿਬ 'ਚ ਆਇਆ ਹੈ ਜ਼ਰੂਰ, ਕਿ ਪਰਮਾਤਮਾ ਨੇ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ, ਸ੍ਰਿਸ਼ਟੀ ਦਾ ਐਕਸਪੈਂਸ਼ਨ ਕੀਤਾ, ਉਸ ਵੇਲੇ ਇੱਕ ਜ਼ਿਕਰ ਜ਼ਰੂਰ ਮਿਲਦਾ ਹੈ ਕਿ ਪਹਿਲੇ ਕਿਹੜਾ ਐਲੀਮੈਂਟ ਤੱਤ ਬਣਿਆ। ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਆਂਦਾ ਹੈ, ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਪਰਮਾਤਮਾ ਤੋਂ ਸਭ ਤੋਂ ਪਹਿਲੇ ਜਿਹੜਾ ਸੂਖਸ਼ਮ ਤੱਤ ਸੀ ਉਹ ਹਵਾ ਬਣੀ, ਪਵਨ ਬਣੀ, ਤੇ ਪਵਨ ਤੋਂ ਬਾਅਦ ਉਸ ਪਵਨ ਦੇ ਵਿੱਚੋਂ ਹੀ ਪਵਨੇ ਤੇ ਜਲ ਹੋਏ, ਪਵਨ ਤੋਂ ਹੀ ਪਾਣੀ ਪੈਦਾ ਹੋਇਆ। ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਰਮਾਤਮਾ ਤੋਂ ਪਵਨ ਤੇ ਪਵਨ ਤੋਂ ਪਾਣੀ ਦਾ ਜ਼ਿਕਰ ਕੀਤਾ ਗਿਆ ਹੈ। ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਹੁਣ ਇਹ ਥਿਉਰੀ ਇਤਨੀ ਸਾਇੰਟੀਫਿਕ ਹੈ, ਅਗਰ ਤੁਸੀਂ ਧਿਆਨ ਨਾਲ ਵੇਖੋਗੇ, ਸਾਇੰਸ ਨੇ ਬਾਕੀ ਧਰਮਾਂ ਦੀਆਂ ਥਿਉਰੀਆਂ ਨੂੰ ਤੇ ਰੱਦ ਕਰ ਦਿੱਤਾ, ਲੇਕਿਨ ਜਦੋਂ ਸਾਇੰਸ ਗੁਰਮਤ ਦੀ ਥਿਉਰੀ ਦਾ ਅਧਿਐਨ ਕਰਦੀ ਹੈ, ਸਟੱਡੀ ਕਰਦੀ ਹੈ, ਤੇ ਸਾਇੰਸ ਦੇ ਕੋਲ ਗੁਰਮਤ ਦੀ ਥਿਉਰੀ ਨੂੰ ਕੱਟਣ ਵਾਸਤੇ ਕੋਈ ਦਲੀਲ ਨਹੀਂ ਹੈ, ਕਿਉਂਕਿ ਸਾਇੰਸ ਵੀ ਇਹੀ ਗੱਲ ਮੰਨਦੀ ਹੈ। ਜੇਕਰ ਤੁਸੀਂ ਵੇਖੋਗੇ, ਚਾਰਲਸ ਡਾਰਵਿਨ ਨੇ ਜੋ ਬਿਗ ਬੈਂਗ ਥਿਉਰੀ ਦਿੱਤੀ ਸੀ, ਤੇ ਉਸ ਬਿਗ ਬੈਂਗ ਥਿਉਰੀ ਦੇ ਵਿੱਚ ਇਹੀ ਕਿਹਾ ਗਿਆ ਹੈ ਕਿ ਸਭ ਤੋਂ ਪਹਿਲੇ ਇੱਕ ਆਵਾਜ਼ ਹੋਈ, ਇੱਕ ਧਮਾਕਾ ਹੋਇਆ ਬੜਾ ਵੱਡਾ, ਸਾਊਂਡ ਹੋਈ ਬੜੀ ਵੱਡੀ, ਤੇ ਉਸ ਸਾਊਂਡ ਤੋਂ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆ ਗਈ। ਉਹਨੂੰ ਹੀ ਬਾਣੀ ਕਵਾਓ ਕਹਿ ਰਹੀ ਹੈ। ਕਵਾਓ ਦਾ ਮਤਲਬ ਹੈ ਸਾਊਂਡ। ਉਹਨੇ ਬਾਣੀ ਨੇ ਉਹਨੂੰ ਹੁਕਮ ਆਖ ਦਿੱਤਾ ਵੀ ਰੱਬ ਤੋਂ ਹੁਕਮ ਜਿਹੜਾ ਸ਼ਬਦ ਹੋਇਆ ਹੈ ਪਰਮਾਤਮਾ ਤੋਂ, ਤੇ ਸ਼ਬਦ ਤੋਂ ਹੀ ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਓਪਤ ਹੋਵੇ। ਸ਼ਬਦ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ। ਤੇ ਮੈਂ ਜਿਵੇਂ ਕਹਿ ਰਿਹਾ ਸੀ ਕਿ ਸਾਇੰਸ ਜਿਹੜੀ ਹੈ ਉਹ ਗੁਰਮਤ ਦੀ ਥਿਉਰੀ ਨੂੰ ਰੱਦ ਨਹੀਂ ਕਰ ਸਕੀ, ਕਿਉਂਕਿ ਭਾਵੇਂ ਉਹ ਪਰਮਾਤਮਾ ਨੂੰ ਨਹੀਂ ਮੰਨਦੀ, ਲੇਕਿਨ ਪਰਮਾਤਮਾ ਤੋਂ ਬਾਅਦ ਦਾ ਜੋ ਜ਼ਿਕਰ ਹੈ ਸਾਇੰਸ ਹੂਬਹੂ ਉਹਨੂੰ ਇੰਜ ਮੰਨਦੀ ਹੈ ਕਿ ਸਭ ਤੋਂ ਪਹਿਲੇ ਪਵਨ ਤੋਂ ਹੀ ਪਾਣੀ ਬਣਿਆ ਹੈ। ਇਹਦੀ ਇੱਕ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਪ੍ਰਤੱਖ ਰੱਖਦਾ ਹਾਂ। ਪਾਣੀ ਸ਼ਬਦ ਹੀ ਅਗਰ ਤੁਸੀਂ ਲੈ ਲਵੋ, ਤੇ ਪਾਣੀ ਦਾ ਜਿਹੜਾ ਕੈਮੀਕਲ ਫਾਰਮੂਲਾ ਹੈ, ਕੈਮਿਸਟਰੀ ਜਿਨ੍ਹਾਂ ਨੇ ਪੜ੍ਹੀ ਹੈ, ਉਹ ਹੈ H2O, ਮਤਲਬ ਕਿ 2 ਐਟਮਸ ਹਾਈਡਰੋਜਨ ਦੇ ਤੇ 1 ਐਟਮ ਆਕਸੀਜਨ ਦਾ ਅਗਰ ਜੁੜ ਜਾਵੇ ਤੇ ਪਾਣੀ ਬਣ ਜਾਂਦਾ ਹੈ। ਤੇ ਅਗਰ ਤੁਸੀਂ ਧਿਆਨ ਨਾਲ ਵੇਖੋਗੇ, ਹਾਈਡਰੋਜਨ ਔਰ ਆਕਸੀਜਨ ਮੂਲ ਰੂਪ ਦੇ ਵਿੱਚ 2 ਤਰੀਕੇ ਦੀਆਂ ਗੈਸਾਂ ਹਨ, 2 ਤਰੀਕੇ ਦੀਆਂ ਪਵਨਾਂ ਹਨ, ਤੇ ਇਹ ਜਦੋਂ 2 ਪਵਨ ਮਿਲ ਜਾਣਗੇ ਤੇ ਇਹ ਪਾਣੀ ਨੂੰ ਜਨਮ ਦੇ ਦੇਣਗੇ। ਗੁਰੂ ਸਾਹਿਬ ਵੀ ਇਹ ਕਹਿ ਰਹੇ ਨੇ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ। ਫਿਰ ਸਾਇੰਸ ਕਹਿੰਦੀ ਹੈ ਕਿ ਸਭ ਤੋਂ ਪਹਿਲੇ ਜਿਹੜੇ ਸਿੰਗਲ ਸੈਲੂਲਰ ਆਰਗੈਨਿਜ਼ਮ ਸਨ, ਅਮੀਬਾ ਇਤਿਆਦ, ਇਹ ਪਾਣੀ ਵਿੱਚ ਹੀ ਪੈਦਾ ਹੋਏ। ਤੇ ਬਾਣੀ ਆਖ ਰਹੀ ਹੈ ਕਿ ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਕਿ ਪਾਣੀ ਦੇ ਵਿੱਚ ਲਾਈਫ ਸ਼ੁਰੂ ਹੋਈ, ਪਾਣੀ ਦੇ ਵਿੱਚੋਂ ਜੀਵਨ ਸ਼ੁਰੂ ਹੋ ਗਿਆ। ਘਟ ਘਟ ਜੋਤ ਸਮੋਏ। ਗੁਰਬਾਣੀ ਆਖਦੀ ਹੈ ਕਿ ਸਾਰੇ ਸ਼ਰੀਰਾਂ ਦੇ ਵਿੱਚ ਉਸ ਪਰਮਾਤਮਾ ਦੀ ਜੋਤ, ਹਰ ਇੱਕ ਚੀਜ਼ ਵਿੱਚ ਪਰਮਾਤਮਾ ਨੇ ਆਪਣੀ ਜੋਤ ਟਿਕਾ ਦਿੱਤੀ। ਤਾਂ ਜਦੋਂ ਗੱਲ ਆਏਗੀ ਕ੍ਰੀਏਸ਼ਨ ਆਫ ਦਾ ਯੂਨੀਵਰਸ, ਇਹਦੇ ਬਾਰੇ ਬਾਣੀ ਆਖੇਗੀ ਕਿ ਪਰਮਾਤਮਾ ਨੇ ਸ੍ਰਿਸ਼ਟੀ ਦੀ ਉਤਪਤੀ ਕੀਤੀ। ਕਦੋਂ ਕੀਤੀ, ਇਹਦੇ ਬਾਰੇ ਕੋਈ ਨਹੀਂ ਦੱਸ ਸਕਦਾ, ਨਾ ਦੱਸ ਪਾਇਆ ਹੈ ਤੇ ਨਾ ਅੱਗੋਂ ਕੋਈ ਦੱਸ ਸਕੇਗਾ। ਜਿਹੜੇ ਦੱਸ ਰਹੇ ਹਨ ਉਹ ਸਿਰਫ ਅੰਦਾਜ਼ੇ ਲਗਾ ਰਹੇ ਹਨ, ਉਹਨਾਂ ਦਾ ਕਦੀ ਵੀ ਅੰਦਾਜ਼ਾ ਸਟੀਕ ਰੂਪ ਵਿੱਚ ਨਹੀਂ ਪ੍ਰਵਾਨ ਕੀਤਾ ਜਾ ਸਕਦਾ। ਕਿਵੇਂ ਬਣਾਈ?
परमात्मा ने अपने कवाओ तो अपने हुक्म तो सृष्टि बनाई। परमात्मा ने अपने शब्द दे नाल सृष्टि की उत्पत्ति की। सब तो पहले परमात्मा तो पवन होया, पवन तो पानी होया, ते पानी तो ये सारा जगत होंद दे विच आ गया। ते फिर गुरु ग्रंथ साहिब जी दे विच खानी शब्द एक आंदा है, मतलब कि वह तिसते हुए लख दरियो जीवन शुरू किथों किथों होया। उत्थे गुरु ग्रंथ साहिब जी आखदे हन कि खानिया तो होया। गुरु गोबिंद सिंह जी ने इसका बड़ा सोहना जिक्र किया कि अंडज जेरज सेतज कीनी उत्पुज खान बहुर रच दीनी। सृष्टि की पैदाइश दे चार सोर्सिज हैं। अंडज जो अंडे तो जीव पैदा होंदे हैं, जेरज जो गर्भ धारते हैं जीव जिन्हों जेर कहते हैं असी, सेतज जो पसीने तो पैदा होंदे हैं जिस विच पैरासाइट्स आदि ਉਹ आ जाते हैं सारे। ते उत्पुज का भाव है जो सारे धरती का मूँह फाड़ के बाहर निकलते हैं, भाव सारी बनस्पति। चार खानियां तो सृष्टि पैदा हुई है, लेकिन ये खानियां भी पहले पानी बनया सी, पानी तो पहले पवन सी, ते पवन आया है परमात्मा तो, ते परमात्मा तो पहले किसी परमात्मा तो पहले ओदा हुक्म सी, और परमात्मा तो पहले वो आप शुन अवस्था दे विच सी। ओदे अंदर फुरना आया ते उसने अपने फुरने तो ये सारी सृष्टि रच दी। भगत नामदेव जी कहते हैं कि पहल पुरिये पुंडरक वना ताचे हंसा सगले जना, कृष्णा ते जानू हर हर ना चंती नाचना, पहल पुरसाबिरा अथोन पुरसाद मरा, असगा अस उसगा हर का बागरा, नाचे पिंदी में साबरा। भाव के रब सी आप, रब तो पहला कुछ भी नहीं सी। रब ने अपने हुक्म दे विच ही अपने उस शब्द तो इस सृष्टि की उत्पत्ति की, ते इस तरीके दे नाल ये जो सृष्टि है ये होंद विच आई, जग रचना इस तरीके नाल होई। बहुत ਇਲੈਬੋਰੇਟ ਕਰਕੇ ਵੀਰ ਜੀ ਆਪ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਪੂਰੀ ਉਮੀਦ ਹੈ ਕਿ ਜਿਨ੍ਹਾਂ ਨੇ ਸਵਾਲ ਪੁੱਛਿਆ ਸੀ ਉਹਨਾਂ ਨੂੰ ਕਾਫੀ ਫਾਇਦਾ ਹੋਇਆ ਹੋਵੇਗਾ। ਕਾਫੀ ਅੱਛੇ ਤਰੀਕੇ ਨਾਲ ਆਪਨੇ ਜਿਵੇਂ ਡਿਵਾਈਡ ਕਰਕੇ ਤਿੰਨ ਹਿੱਸਿਆਂ ਵਿੱਚ ਗੁਰਬਾਣੀ ਦੇ ਆਧਾਰ ਲੈ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਸਾਡੇ ਲਈ ਗੁਰਬਾਣੀ ਇਸ ਜਗ ਵਿੱਚ ਚਾਨਣ, ਸਾਡੇ ਲਈ ਸਭ ਤੋਂ ਵੱਡਾ ਜਿਹੜਾ ਚਿਰਾਗ ਹੈ, ਸਾਡੇ ਲਈ ਸਭ ਤੋਂ ਵੱਡੀ ਟਾਰਚ ਹੈ, ਸਾਡੇ ਲਈ ਸਭ ਤੋਂ ਵੱਡੀ ਇਨਲਾਈਟਮੈਂਟ ਹੈ, ਉਹ ਗੁਰਬਾਣੀ ਹੈ। ਤੇ ਗੁਰਬਾਣੀ ਸਾਡਾ ਆਧਾਰ ਹੈ। ਕਿਉਂਕਿ ਕੀ ਹੁੰਦਾ ਨਾ, ਜਿਵੇਂ ਆਪਣੇ ਬੱਚਿਆਂ ਨੂੰ ਅਸੀਂ ਪੜ੍ਹਾਉਣਾ ਚਾਹੁੰਦੇ ਹਾਂ ਤੇ ਅਸੀਂ ਟੀਚਰ ਲੱਭਦੇ ਹਾਂ ਜਿਹੜਾ ਬਹੁਤ ਐਕਸਪਰਟ ਹੋਵੇ ਉਸ ਸਬਜੈਕਟ ਦਾ। ਅਸੀਂ ਕਾਲਜ ਲੱਭਦੇ ਹਾਂ ਜੋ ਬਹੁਤ ਅੱਛਾ ਹੋਇਆ, ਜਿਹਦੇ ਉੱਤੇ ਉਹ ਸਬਜੈਕਟ ਪੜ੍ਹਾਉਣ ਦੀ ਫੈਸਿਲਿਟੀ ਹੋਵੇ। ਜਦ ਅਸੀਂ ਸਪਿਰਿਚੁਅਲਿਜ਼ਮ ਦੀ ਗੱਲ ਕਰਾਂਗੇ, ਜਦ ਅਸੀਂ ਪਰਮਾਤਮਾ ਨੂੰ ਮਿਲਣ ਦੀ ਗੱਲ ਕਰਾਂਗੇ ਤੇ ਪੂਰੀ ਦੁਨੀਆ 'ਚ ਝਾਤ ਮਾਰੀਏ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਗੁਰੂ ਤੋਂ ਜ਼ਿਆਦਾ ਐਕਸਪਰਟ ਬੰਦਾ ਨਜ਼ਰ ਨਹੀਂ ਆਏਗਾ। ਕਿ ਗੱਲਾਂ ਕਰਨ ਵਾਲੇ ਬਥੇਰੇ ਗੁਰੂ ਨੇ, ਮਹਾਂਪੁਰਸ਼ ਨੇ, ਸੰਤ ਨੇ, ਜੋ ਕਹਿੰਦੇ ਨੇ ਪ੍ਰਭੂ ਮਿਲਾ ਸਕਦੇ ਹਾਂ, ਕਾਫੀ ਚਮਤਕਾਰ ਵੀ ਦਿਖਾਉਂਦੇ ਨੇ, ਲੇਕਿਨ ਅੱਜ ਤੱਕ ਐਸਾ ਗੁਰੂ ਨਹੀਂ ਹੋਇਆ ਜਿਹਦੇ ਸਿੱਖਾਂ ਨੇ ਆਪਣਾ ਬੰਦ ਕਟਾ ਕੇ ਵੀ ਸ਼ੁਕਰ ਮਨਾਇਆ ਹੋਵੇ। ਅੱਜ ਐਸਾ ਗੁਰੂ ਨਹੀਂ ਮਿਲਿਆ ਜਿਹੜਾ ਆਪਣਾ ਦੇਗ ਵਿੱਚ ਉਬਾਲਾ ਖਾਂਦੇ ਹੋਏ ਵੀ ਗੁਰੂ ਦਾ ਸ਼ੁਕਰ ਮਨਾਉਂਦਾ ਹੋਏ, ਪਰਮਾਤਮਾ ਦੀ ਬਾਣੀ ਗਾਉਂਦਾ ਹੋਏ। ਪ੍ਰੈਕਟੀਕਲੀ ਕਰਕੇ ਦਿਖਾਇਆ ਹੈ ਕਿ ਜੇ ਤੁਸੀਂ ਇਸ ਰਸਤੇ ਤੇ ਚਲੋ, ਇਤਨਾ ਐਕਸਪਰਟ ਮਤਲਬ ਉਹ ਹੈ ਕਿ ਉਹ ਐਸਾ ਪਾਰਸ ਹੈ ਜੋ ਉਹਦੇ ਨਾਲ ਜੁੜਿਆ ਉਹ ਵੀ ਪਾਰਸ ਬਣ ਗਿਆ, ਸੋਨਾ ਨਹੀਂ ਬਣਿਆ ਉਹ ਵੀ ਪਾਰਸ ਬਣ ਗਿਆ। उसके अंदर इतनी शक्ति आ गई है कि वो कंचन बना सके। ऐसी बख्शिश महाराज ने की है, इतने एक्सपर्ट ने। इस करके असी जब गुरबाणी की गल करने, गुरु के इस दी गल शब्द की गल करने, तो वही साडे लई सब तो एक्सपर्ट सजेशन है। तो वीर जी ने बहुत अच्छे तरीके के नाल मैनूं लगता है इस सवाल का जवाब दिता है। अगला सवाल वीर जी पाया एक हाँ, आप जी ने गल की, मैनूं एक गल याद आ गई सिर्फ कि जिहड़ा नासा है, नासा नैशनल एरोनॉटिकल एंड स्पेस एडमिनिस्ट्रेशन, जो अमेरिका की वो संस्था हैगी जिहदे विच सारी सृष्टि का अध्ययन कर रहे हैं, यूनीवर्स की क्रिएशन का। और नासा ने चंद्रमा के उत्ते हुण मिशन मार्स भी देख रहा है, ते होर कंट्रीज भी उहदे नाल जुड़ियां। मैं मारू सोलहे जिहड़ी गुरु ग्रंथ साहिब च शब्द आउंदे हन, ते जिहड़ा मैं शब्द लिया सी अरबत नरबत तंदूकारा, नासा के विग्यानिक भी इन्हां शब्दां की स्टडी करके ते सृष्टि रचना वाला वो सारा कॉन्सैप्ट वेख रहे हैं गुरु ग्रंथ साहिब जी की रोशनी दे विच। मतलब सानू इतना वड्डा मान प्राप्त है कि वो वैज्ञानिक भी गुरु ग्रंथ साहिब जी की बाणी का सहारा लैके ते सृष्टि की रचना का अध्ययन। वैसे अपने आप च बड़ा वड्डा विषय इहनूं समझण लई 1.5-2 घंटे का सैशन मिनीमम चाहिए सिर्फ इस प्रश्न लई। मैं तां बिल्कुल शॉर्ट 4-5 प्रमाण ले ताकि थोड़ा बहुत सानू पता लग जाए। नहीं तो साडे लई मान की गल, जिवें आप शब्द गुरु की गल कह रहे सो, साडा शब्द गुरु अज उन्हां विग्यानिकां दा भी
ਇੰਜ ਆਖ ਲਓ ਉਹਨਾਂ ਦੀ ਵੀ ਅਗਵਾਈ ਸਾਡਾ ਸ਼ਬਦ ਗੁਰੂ ਕਰ ਰਿਹਾ ਹੈ, ਜਿਹੜੇ ਭਾਵੇਂ ਰੱਬ 'ਚ ਨਹੀਂ ਮੰਨ ਰਹੇ, ਲੇਕਿਨ ਮੈਨੂੰ ਉਮੀਦ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਣਗੇ ਸ਼ਾਇਦ ਉਹਨਾਂ ਨੂੰ ਇਹ ਵਿਸ਼ਵਾਸ ਇੱਕ ਦਿਨ ਆ ਜਾਵੇ ਕਿ ਨਹੀਂ, ਰੱਬ ਸਭ ਕੁਛ ਹੈ। रोशनी रोशनी रहेगी, कोई मन्ने या ना मन्ने, रोशनी बिल्कुल रोशनी है। परमात्मा ने सानू ऐसी बख्शिश करती है, बड़भागी हैं ਅਸੀਂ ਜੋ ਸਿੱਖ ਪਰਿਵਾਰਾਂ ਵਿੱਚ ਜਨਮ ਲੈ ਕੇ जी ਗੁਰੂ ਸੱਚੇ ਪਾਤਸ਼ਾਹ ਜੀ ਦੇ ਸੇਵਕ ਬਣਦੇ हैं। ਮਹਾਰਾਜ ਸਾਡੇ ਤੇ ਦਇਆ ਕਰੇ। ਵੀਰ ਜੀ ਅਗਲਾ ਸਵਾਲ ਲੈਣਾ। जी ਅਗਲਾ ਸਵਾਲ ਹੈ, ਵਾਟ ਇਜ਼ ਦ ਲਿਟਰਲ ਮੀਨਿੰਗ ਆਫ ਅਰਦਾਸ? ਹਾਊ ਸ਼ੁਡ ਵੀ ਡੂ ਅਰਦਾਸ? ਕਿ ਅਰਦਾਸ ਦਾ ਲਿਟਰਲ ਮੀਨਿੰਗ ਕੀ ਹੈ ਔਰ ਸਾਨੂੰ ਅਰਦਾਸ ਕਿਵੇਂ ਕਰਨੀ ਚਾਹੀਦੀ ਹੈ? ਇੱਕ ਸਵਾਲ ਆਇਆ ਹੈ। ठीक है वीर जी। हाँ, अरदास शब्द ਜਦੋਂ ਅਸੀਂ ਪੜਾਂਗੇ ਤੇ ਜਿਸ ਵੇਲੇ ਮੈਂ ਵੀ ਪੜ ਰਿਹਾ ਸਾਂ ਤੇ ਮੈਂ ਅਰਦਾਸ ਸ਼ਬਦ ਦੇ ਬਾਬਤ ਨਾ ਕਿਸੇ ਇੱਕ ਬੜੇ ਵੱਡੇ ਵਿਦਵਾਨ ਦੀ ਵੀ ਸੰਗਤ ਕੀਤੀ ਸੀ, ਜਿਨ੍ਹਾਂ ਨੇ PhD ਕੀਤੀ ਸੀ ਅਰਦਾਸ ਦੇ ਉੱਤੇ, ਸਿਰਫ ਅਰਦਾਸ ਦੇ ਉੱਤੇ। ਉਹਨਾਂ ਨੇ ਹਰ ਤਰੀਕੇ ਨਾਲ, ਤੇ ਕੁਝ ਸਮਾਂ ਮੈਨੂੰ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਤੇ ਉਹ ਜਦੋਂ ਪੜ੍ਹਾ ਰਹੇ ਸਨ ਉਹਨਾਂ ਨੇ ਮੈਨੂੰ ਦੱਸਿਆ ਵੀ ਅਰਦਾਸ ਸ਼ਬਦ ਦਾ ਜਿਹੜਾ origin ਹੈ ਇਹ ਦੋ ਬੋਲੀਆਂ ਚੋਂ ਅਸੀਂ ਮੰਨ ਸਕਦੇ ਹਾਂ, ਸੰਸਕ੍ਰਿਤ ਵੀ ਔਰ ਪਰਸ਼ੀਅਨ ਫਾਰਸੀ ਵੀ। ਸੰਸਕ੍ਰਿਤ ਵਾਲਿਆਂ ਨੇ ਵੀ ਅਰਦਾਸ ਸ਼ਬਦ ਜਾਂ ਇੰਜ ਆਖਦੇ ਵਿਦਵਾਨਾਂ ਨੇ ਸੰਸਕ੍ਰਿਤ ਦਾ ਰੂਪ ਵੀ ਲਿਆ ਤੇ ਵਿਦਵਾਨਾਂ ਨੇ ਪਰਸ਼ੀਅਨ ਦਾ ਰੂਪ ਵੀ ਲਿਆ। ਜਦੋਂ ਸੰਸਕ੍ਰਿਤ ਵਾਲੇ ਵਿਦਵਾਨਾਂ ਦੀ ਅਸੀਂ ਵਿਚਾਰਧਾਰਾ ਨੂੰ ਮੰਨਾਂਗੇ ਜਾਂ ਸਮਝਾਂਗੇ ਤੇ ਉਹ ਲੋਕ ਅਰਦਾਸ ਨੂੰ ਦੋ ਸ਼ਬਦਾਂ ਦੇ ਵਿੱਚ ਵੰਡ ਦਿੰਦੇ ਹਨ। ਪਹਿਲਾ ਸ਼ਬਦ ਜੇ ਅਰਧ ਤੇ ਦੂਸਰਾ ਜੇ ਆਸ। ਅਰਧ ਦਾ ਮਤਲਬ ਹੈ ਮੰਗਣਾ ਔਰ ਆਸ ਦਾ ਮਤਲਬ ਹੈ ਆਸ਼ਾ, ਇੱਛਾ, ਇੰਜ ਆਖਦੇ ਹੀ ਹੈ। ਤੇ ਸੰਸਕ੍ਰਿਤ ਦੇ ਜਦੋਂ ਵਿਦਵਾਨ ਅਰਦਾਸ ਦਾ ਲਿਟਰਲ ਮੀਨਿੰਗ ਕਰਨਗੇ, ਕਿਉਂਕਿ ਆਪਣੇ ਲਿਟਰਲ ਸ਼ਬਦ ਅਸੀਂ ਇਸ ਪ੍ਰਸ਼ਨ ਵਿੱਚ ਆਇਆ ਹੈ ਤੇ ਲਿਟਰਲ ਹੀ ਅਸੀਂ ਕਰ ਰਹੇ ਹਾਂ, ਅਰਧ ਪਲਸ ਆਸ, ਮਤਲਬ ਕਿ ਆਸ ਰੱਖਣ ਦੀ ਕਿਰਿਆ ਜਾਂ ਆਸ ਮੰਗਣ ਦੀ ਕਿਰਿਆ, ਜਾਂ ਇੰਜ ਆਖਦੇ ਮੁਰਾਦ ਮੰਗਣ ਦੀ ਕਿਰਿਆ। ਜਦੋਂ ਮੇਰੇ ਮਨ ਦੀ ਮੁਰਾਦ ਮੈਂ ਮੰਗਾ, ਇਸ ਕਿਰਿਆ ਨੂੰ, ਇਸ ਆਖ ਦਈਏ ਇਸ ਚੀਜ਼ ਨੂੰ ਜੋ ਮੈਂ ਮੰਗ ਰਿਹਾ, ਜੋ ਇਸ ਕਰਮ ਨੂੰ ਅਰਦਾਸ ਕਿਹਾ ਜਾਂਦਾ ਹੈ। ਠੀਕ ਹੈ ਜੀ। ਜਦੋਂ ਅਸੀਂ ਪਰਸ਼ੀਅਨ ਵਾਲੇ ਵਿਦਵਾਨਾਂ ਦਾ ਅਗਰ ਅਸੀਂ ਪੱਖ ਲਵਾਂਗੇ ਤੇ ਉਹਨਾਂ ਨੇ ਅਰਦਾਸ ਨੂੰ ਅਰਜ਼ਦਾਸ਼ਤ ਕੀਤਾ ਹੈ। ਸੰਸਕ੍ਰਿਤ ਵਾਲੇ ਕਹਿ ਰਹੇ ਹਨ ਅਰਧ ਆਸ, ਮਤਲਬ ਮੁਰਾਦ ਮੰਗਣ ਦੀ ਕਿਰਿਆ, ਪਰ ਪਰਸ਼ੀਅਨ ਵਾਲੇ ਕਹਿ ਰਹੇ ਹਨ ਅਰਜ਼ਦਾਸ਼ਤ, ਮਤਲਬ ਅਰਜ਼ਦਾਸ਼ਤ ਦਾ ਮਤਲਬ ਹੈ ਪ੍ਰਾਰਥਨਾ ਕਰਨੀ, ਦੁਆ ਕਰਨੀ, ਬੇਨਤੀ ਕਰਨੀ। ਦੋਨਾਂ ਦੇ ਵਿੱਚ ਇੱਕ ਗੱਲ ਤੇ ਸਾਫ਼ ਆ ਗਈ ਕਿ ਦੋਨਾਂ ਦੇ ਵਿੱਚ ਗੱਲ ਮੰਗਣ ਦੀ ਕੀਤੀ ਗਈ। ਪ੍ਰਾਰਥਨਾ ਵੀ ਜੇ ਕੋਈ ਕਰੇਗਾ ਤੇ ਜਾਂ ਹੀ ਕਰੇਗਾ ਵੀ ਕੁਝ ਮੰਗੇਗਾ ਜਾਂ ਕਿਸੇ ਚੀਜ਼ ਦੀ ਨਿਵਰਤੀ ਲਈ ਕਰੇਗਾ। ਜਿਵੇਂ ਦੁੱਖ ਆ ਗਿਆ ਤੇ ਦੁੱਖ ਦੀ ਨਿਵਰਤੀ ਲਈ ਪ੍ਰਾਰਥਨਾ ਕਰੇਗਾ, ਤੇ ਦੁੱਖ ਦੀ ਨਿਵਰਤੀ ਦੀ ਕੱਲੀ ਪ੍ਰਾਰਥਨਾ ਤੇ ਲੋਕ ਨਹੀਂ ਕਰਦੇ, ਉਹਦੇ ਬਦਲੇ ਮੰਗਦੇ ਹਨ ਬਈ ਦੁੱਖ ਹਟਾ ਦੇ ਤੇ ਸੁੱਖ ਦੇ ਦੇ। ਤੇ ਦੋਨਾਂ ਦੇ ਵਿੱਚ ਇੱਕ ਗੱਲ ਕਾਮਨ ਜੇ ਕਿ ਮੰਗ ਦੋਨਾਂ ਵਿੱਚ ਛੁਪੀ ਹੋਈ ਹੈ। ਉਹ ਮੰਗ ਭਾਵੇਂ ਚਲੋ ਪਦਾਰਥ ਦੀ ਹੋਵੇ, ਭਾਵੇਂ ਕਿਸੇ ਚੀਜ਼ ਦੀ ਵੀ ਮੰਗ ਹੋਵੇ। ਲਿਟਰਲ ਮੀਨਿੰਗ ਅਰਦਾਸ ਦਾ ਹੋਏਗਾ, ਸੰਸਕ੍ਰਿਤ ਵਾਲੇ ਕਰਨਗੇ ਅਰਧ ਆਸ, ਮੰਗਣ ਦੀ ਕਿਰਿਆ, ਔਰ ਫਾਰਸੀ ਵਾਲੇ ਕਰਨਗੇ ਅਰਜ਼ਦਾਸ਼ਤ, ਭਾਵ ਪ੍ਰਾਰਥਨਾ ਔਰ ਬੇਨਤੀ। ਤੇ ਇਹਦਾ ਦੂਸਰਾ ਸੀ ਕਿ ਸਾਨੂੰ ਅਰਦਾਸ ਕਿਵੇਂ ਕਰਨੀ ਚਾਹੀਦੀ ਹੈ। ਅਰਦਾਸ ਕਰਨ ਦੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਰੀਕੇ ਦੱਸੇ ਗਏ ਹਨ, ਕਿਉਂਕਿ ਸਾਡੇ ਨਾ ਗੁਰੂਆਂ ਨੇ ਵੀ ਅਰਦਾਸ ਕੀਤੀ ਸੀ। ਅਗਰ ਤੁਸੀਂ ਵੇਖੋਗੇ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਜੀ, ਬਾਲ ਹਰਗੋਬਿੰਦ ਜੀ ਬਿਮਾਰ ਪੈ ਗਏ ਤੇ ਉਹਨਾਂ ਦੀ ਬਿਮਾਰੀ ਵੇਲੇ ਇੱਕ ਵੇਲੇ ਉਹਨਾਂ ਨੂੰ ਚੇਚਕ ਹੋ ਗਿਆ ਸੀ, ਜਿਹਨੂੰ ਲੋਕ ਮਾਤਾ ਕਹਿ ਦਿੰਦੇ ਹਨ। ਤੇ ਇੱਕ ਵੇਲੇ ਉਹਨਾਂ ਦੇ ਤਾਏ ਪ੍ਰਿਥੀ ਚੰਦ ਨੇ 3 ਵਾਰ ਕਰਵਾਏ, ਹਮਲੇ ਕਰਵਾਏ ਬਈ ਬੱਚੇ ਨੂੰ ਖਤਮ ਕਰ ਦਿੱਤਾ ਜਾਏ। ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਨਾ ਬੜੇ ਲੋਕਾਂ ਨੇ ਇੱਕ ਗੱਲ ਕਹੀ ਕਿ ਕਿਸੇ ਸਿਆਣੇ ਕੋਲ ਚਲੋ ਜਾਂ ਕਿਸੇ ਮੰਦਿਰ ਵਿੱਚ ਜਾ ਕੇ ਮੱਥਾ ਟਿਕਾ ਦਿਓ, ਕਿਸੇ ਹੋਰ ਪਾਸੇ ਲੈ ਜਾਓ। ਸਤਿਗੁਰੂ ਜੀ ਨੇ ਦੇਖੋ ਜਿਹੜੀ ਗੱਲ ਆਪ ਸਵੀਕਾਰ ਨਹੀਂ ਕੀਤੀ, ਕਿਉਂਕਿ ਸਤਿਗੁਰੂ ਆਪ ਕਹਿੰਦੇ ਸਨ ਏਕ ਉਪਰ ਜਿਸ ਜਨ ਕੀ ਆਸਾ, ਕਿ ਸਿੱਖ ਦੀ ਆਸ ਇੱਕ ਦੇ ਉੱਤੇ ਹੋਵੇ, ਸਿੱਖ ਦੀ ਅਰਦਾਸ ਇੱਕ ਦੇ ਅੱਗੇ ਹੋਵੇ, ਸਿੱਖ ਇੱਕ ਦੇ ਕੋਲੋਂ ਮੰਗੇ, ਇੱਕ ਦੇ ਨਾਲ ਹੀ ਜੁੜਿਆ ਰਵੇ। ਤੇ ਉਹ ਸਤਿਗੁਰੂ ਕਿਵੇਂ ਜਾ ਸਕਦੇ ਸਨ? ਤੇ ਅੱਜ ਦਾ ਸਿੱਖ ਗੁੰਮਰਾਹ ਨਾ ਹੋਵੇ, ਅੱਜ ਦਾ ਸਿੱਖ ਕਿਵੇਂ ਅਰਦਾਸ ਕਰੇ? ਆਪ ਜੀ ਨੇ ਉਹਨੇ ਸ਼ਬਦ ਗੁਰੂ ਦੀ ਗੱਲ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜਿਹਦੀ ਸਾਨੂੰ ਜ਼ਰੂਰਤ ਹੈ ਉਹ ਸਾਡੇ ਪੂਰਨ ਮੁਰਸ਼ਦ ਹਨ, ਕਾਮਿਲ ਮੁਰਸ਼ਦ ਹਨ। ਤੇ ਮੈਂ ਜਿਤਨਾ ਧੰਨਵਾਦ ਕਰਾਂ ਗੁਰੂ ਅਰਜਨ ਦੇਵ ਜੀ ਦਾ ਉਤਨਾ ਥੋੜਾ ਹੈ ਕਿ ਸਤਿਗੁਰੂ ਜੀ ਤੁਸੀਂ ਸਾਨੂੰ ਭਟਕਣ ਤੋਂ ਬਚਾ ਦਿੱਤਾ। ਕਿ ਅੱਜ ਕਿਤਨੇ ਲੋਕ ਸਾਨੂੰ ਆ ਕੇ ਕਹਿਣ ਇੰਜ ਨਹੀਂ ਇੰਜ ਅਰਦਾਸ ਕਰਾ ਲਵੋ। ਤੇ ਮੈਂ ਹਮੇਸ਼ਾ ਬੇਨਤੀ ਕਰਦਾ, ਜਿਸ ਸਿੱਖ ਦੇ ਕੋਲ ਗੁਰਬਾਣੀ ਦਾ ਗਿਆਨ ਹੈ ਨਾ,
ਉਸ ਸਿੱਖ ਨੂੰ ਦੁਨੀਆ ਦੀ ਕੋਈ ਤਾਕਤ ਕਦੀ ਡੁਲਾ ਨਹੀਂ ਸਕਦੀ। ਲੋਕ ਆਣਗੇ ਵਰਗਲਾਣ ਵਾਸਤੇ, ਵਿਪਤਾ ਵੇਲੇ ਤੇ ਬੜੇ ਆ ਜਾਂਦੇ ਹਨ, ਬਈ ਤੂੰ ਸਾਡੇ ਨਾਲ ਚੱਲ ਉਸ ਪਾਸੇ, ਉਹ ਮੇਰਾ ਵੀ ਦੁੱਖ ਉਧਰੋਂ ਹੀ ਠੀਕ ਹੋਇਆ ਸੀ, ਉਹ ਫਲਾਣੇ, ਕੋਈ ਕਹਿੰਦੇ ਲਾਚੀਆਂ ਦੇ ਦਿੰਦਾ ਹੈ, ਕੋਈ ਕਹਿੰਦੇ ਕਿ ਫਲਾਣੇ ਕੋਈ ਝਾੜ ਫੂਕ ਕਰ ਦਿੰਦੇ ਨੇ, ਕੋਈ ਕਹਿੰਦੇ ਕੁਛ ਚੀਜ਼ ਦੇ ਦਿੰਦੇ ਹਨ। ਅੱਛਾ ਹੁਣ ਨਵਾਂ ਟ੍ਰੈਂਡ ਚੱਲ ਗਿਆ, ਚੱਲ ਸ਼ਬਦ ਹੀ ਤੇ ਦਿੰਦੇ ਨੇ, ਬਾਣੀ ਤੇ ਦਿੰਦੇ ਨੇ, ਕੋਈ ਗੱਲ ਨਹੀਂ, ਇਹ ਵੀ ਟ੍ਰੈਂਡ ਬੜਾ ਚੱਲ ਰਿਹਾ ਹੈ। ਤੇ ਮੈਂ ਬੇਨਤੀ ਕਰਾਂ, ਬਾਣੀ ਉਹਨਾਂ ਕੋਲੋਂ ਲੈਣ ਦੀ ਲੋੜ ਹੀ ਨਹੀਂ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਗੁਰੂ ਮੌਜੂਦ ਹਨ। ਤੇ ਅਰਦਾਸ ਉਹੀ ਗੱਲ ਫਿਰ ਗੁਰੂ ਅਰਜਨ ਦੇਵ ਜੀ ਨੇ, ਕਿਉਂਕਿ ਆਪ ਉਹ ਅਰਦਾਸ ਕੀਤੀ ਔਰ ਸਿੱਖ ਗੁੰਮਰਾਹ ਨਾ ਹੋਵੇ, ਉਹ ਸ਼ਬਦ ਅੱਜ ਵੀ ਦਰਜ ਕਰ ਦਿੱਤੇ ਗਏ ਬਾਣੀ ਦੇ ਵਿੱਚ। ਸਤਿਗੁਰੂ ਕਹਿੰਦੇ ਆਪੇ ਜਾਣੈ ਕਰੇ ਆਪ, ਆਪੇ ਆਣੇ ਰਾਸ। ਕਿਵੇਂ ਕਰਨੀ ਹੈ ਅਰਦਾਸ? ਪਹਿਲੇ ਮੈਂ ਫਿਜ਼ੀਕਲ ਰੂਪ ਲੈ ਰਿਹਾ ਹਾਂ ਕਿ ਅਰਦਾਸ ਕਰਨ ਵੇਲੇ ਸਾਡੇ ਸਰੀਰ ਦੀ ਮੁਦਰਾ ਕੀ ਹੋਵੇ। ਤਿਸੈ ਅੱਗੇ ਨਾਨਕਾ ਖਲੇ ਕੀਚੇ ਅਰਦਾਸ। ਸਭ ਤੋਂ ਪਹਿਲੇ ਜਦੋਂ ਵੀ ਅਰਦਾਸ ਕਰਨੀ ਹੈ ਖਲੋ ਕੇ ਕਰਨੀ ਹੈ। ਸਿੱਖ ਨੇ ਇਕਾਗਰ ਹੋ ਕੇ ਅਰਦਾਸ, ਇਹ ਫਿਜ਼ੀਕਲ ਗੱਲ ਜੇ ਸਾਰੀ। ਸਰੀਰ ਦੀ ਹਾਲਤ ਉਸ ਸਮੇਂ ਕੀ ਹੋਵੇ, ਸਰੀਰ ਬਿਲਕੁਲ ਅਲਰਟ ਹੋਵੇ, ਖੜਾ ਹੋਵੇ, ਆਪਣੇ ਪੈਰਾਂ ਤੇ ਖੜਾ ਹੋਵੇ। ਫਿਰ ਮੈਂ ਪੰਕਤੀਆਂ ਰੱਖ ਦਿਆਂ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੇ ਕੀਚੈ। ਖਲੇ ਦਾ ਮਤਲਬ ਹੈ ਖਲੋ ਕੇ। ਫਿਰ ਖਲੋ ਕੇ ਕਿਵੇਂ ਕਰੀਏ? ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ। ਸਿੱਖ ਨੇ ਖੜੇ ਹੋ ਕੇ ਅਰਦਾਸ ਕਰਨੀ ਹੈ, ਤੇ ਅਰਦਾਸ ਕਰਨ ਵੇਲੇ ਦੋਵੇਂ ਹੱਥ ਉਹਦੇ ਇੰਜ ਜੁੜੇ ਹੋਣੇ ਚਾਹੀਦੇ ਹਨ। ਅੱਖਾਂ ਬੰਦ ਹੋ ਜਾਣ ਤੇ ਹੋਰ ਅੱਛੀ ਗੱਲ ਜੇ, ਮਤਲਬ ਫਿਜ਼ੀਕਲੀ ਉਹ ਪੂਰਾ ਅਟੈਂਟਿਵ ਹੋਵੇ, ਉਹਦਾ ਸਰੀਰ ਬਿਲਕੁਲ ਸੁਚੇਤ ਹੋਵੇ। ਹੁਣ ਕਈ ਵਾਰ ਤੁਸੀਂ ਵੇਖੋਗੇ ਕਿ ਬੰਦਾ ਗੁਰੂ ਦੇ ਸਾਹਮਣੇ ਖਲੋ ਜਾਂਦਾ ਹੈ, ਰੱਬ ਦੇ ਸਾਹਮਣੇ ਬਿਲਕੁਲ ਅਟੈਂਟਿਵ ਹੋ ਕੇ ਖਲੋ ਗਿਆ, ਇੰਜ ਲੱਗਦਾ ਹੈ ਬਾਹਰੋਂ ਹੱਥ ਵੀ ਜੁੜ ਗਏ, ਇਹਦੀਆਂ ਅੱਖਾਂ ਵੀ ਬੰਦ ਹੋ ਗਈਆਂ, ਬਿਲਕੁਲ ਸਿੱਧਾ ਖਲੋਤਾ ਹੋਇਆ ਹੈ, ਪਰ ਅੰਦਰ ਕੁਝ ਦਾ ਕੁਝ ਚੱਲ ਰਿਹਾ, ਮਨ ਪਤਾ ਨਹੀਂ ਕਿੱਥੇ ਦੀ ਸੈਰ ਤੇ ਨਿਕਲ ਜਾਂਦਾ। ਹੁਣ ਮਾਨਸਿਕ ਰੂਪ ਦੱਸਿਆ ਗਿਆ ਕਿ ਅਰਦਾਸ ਕਰਨ ਵੇਲੇ ਇਹਦੀ ਮਾਨਸਿਕ ਅਵਸਥਾ ਕੀ ਹੋਵੇ। ਅਰਦਾਸ ਕਰਨ ਵੇਲੇ ਸਤਿਗੁਰੂ ਜੀ ਨੇ ਸਾਨੂੰ ਕੁਝ ਗੁਣਾ ਦਾ ਜਾਂ ਕੁਝ ਗੁਣਾ ਦਾ ਹੀ ਮੈਂ ਆਖਾਂਗਾ ਕਿ ਧਾਰਨ ਹੀ ਹੋਣ ਵਾਸਤੇ ਸਤਿਗੁਰੂ ਨੇ ਕਿਹਾ। ਪਹਿਲਾ ਸੀ ਕਿ ਅਰਦਾਸ ਇੱਕ ਦੇ ਅੱਗੇ ਹੋਵੇ, ਜਿਵੇਂ ਮੈਂ ਹੁਣੇ ਬੇਨਤੀ ਕੀਤੀ। ਫਿਰ ਜਿਹਦੇ ਅੱਗੇ ਅਰਦਾਸ ਕੀਤੀ ਜਾ ਰਹੀ ਉਹਦੇ ਉੱਤੇ ਪੂਰਾ ਵਿਸ਼ਵਾਸ ਹੋਵੇ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇਹ ਅਰਦਾਸ ਹੋਵੇ ਕਿ ਦੁੱਖ ਵੀ ਸੁੱਖ ਵੀ ਸਭ ਕੁਝ ਮੇਰਾ ਹੈ ਵਾਹਿਗੁਰੂ ਤੇਰੇ ਅੱਗੇ ਹੈ। ਬਿਲਕੁਲ ਤਾਣ ਔਰ ਦੀਵਾਨ, ਇਹ ਦੋ ਸ਼ਬਦ ਬੜੇ ਸਵਾਦਲੇ ਨੇ, ਅਸੀਂ ਪੜ੍ਹ ਜਾਂਦੇ ਹਾਂ ਪਰ ਇਹਨਾਂ ਵੱਲ ਗੌਰ ਨਹੀਂ ਕਰਦੇ। ਤਾਣ ਕਹਿੰਦੇ ਹਨ ਬਲ ਨੂੰ, ਤਾਕਤ ਨੂੰ, ਔਰ ਦੀਵਾਨ ਕਹਿੰਦੇ ਨੇ ਕਚਹਿਰੀ ਨੂੰ, ਸਹਾਰੇ ਨੂੰ। ਜਿਵੇਂ ਬੰਦਾ ਅੱਜ ਵੇਖਦਾ ਨਾ ਸਰਕਾਰੀ ਦਰਬਾਰ ਵਿੱਚ ਪਛਾਣ ਕੱਢਦਾ ਹੈ ਆਪਣੀ, ਤੇ ਬੰਦਾ ਸੋਚਦਾ ਹੈ ਜੇ ਉੱਥੇ ਮੇਰੀ ਪਛਾਣ ਨਿਕਲ ਗਈ ਤੇ ਮੇਰੀ ਸਮਝ ਲੈਣਾ ਮੇਰੇ ਪਿੱਛੇ ਕਿਸੇ ਦਾ ਹੱਥ ਆ ਗਿਆ, ਮੈਨੂੰ ਬਲ ਮਿਲ ਜਾਏਗਾ। ਗੁਰੂ ਸਾਹਿਬ ਕਹਿੰਦੇ ਨਹੀਂ, ਉਹਨਾਂ ਦਾ ਬਲ ਵੀ ਕਿਥੇ ਇੱਕ ਸੀਮਾ ਤੱਕ ਹੋਏਗਾ। ਕਈ ਵਾਰ ਉਹ ਦੇਖੋ ਬੰਦੇ ਦੀ ਪਛਾਣ ਕਿਤਨੀ ਵੀ ਹੋਵੇ ਲੇਕਿਨ ਉਹਦਾ ਕੰਮ ਕਈ ਵਾਰ ਨਹੀਂ ਬਣਦਾ। ਸਤਿਗੁਰੂ ਕਹਿੰਦੇ ਜੇ ਪਛਾਣ ਜਾਣ ਪਛਾਣ ਕਰਨੀ ਹੈ, ਜੇ ਤਾਕਤ ਮੰਗਣੀ ਹੈ ਤੇ ਸਿਰਫ ਅਕਾਲ ਪੁਰਖ ਤੋਂ ਮੰਗ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ। ਠੀਕ ਹੈ ਜੀ। ਅਰਦਾਸ ਵਿੱਚ ਵਿਸ਼ਵਾਸ ਹੋਵੇ ਕਿ ਉਹ ਮੇਰੀ ਅਰਦਾਸ ਜ਼ਰੂਰ ਸੁਣੇਗਾ, ਸੁਣ ਹੀ ਰਿਹਾ ਹੈ। ਦੂਸਰੀ ਚੀਜ਼, ਅਰਦਾਸ ਕਰਨ ਵਾਲੇ ਦੇ ਅੰਦਰ ਬੜਾ ਵੱਡਾ ਗੁਣ ਚਾਹੀਦਾ ਹੈ, ਸਬਰ ਦਾ ਗੁਣ। ਬੇਸਬਰੇ ਲੋਕ ਨਾ ਜਦੋਂ ਅਰਦਾਸ ਕਰਦੇ ਹਨ ਨਾ, ਤੇ ਉਹ ਇੰਝ ਸਮਝਦੇ ਹਨ ਕਿ ਜਿਵੇਂ ਇਹ ਹੁਣੇ ਗਮਲੇ ਵਿੱਚ ਮੈਂ ਬੀਜ ਪਾਇਆ ਸਵੇਰੇ ਤੇ ਸ਼ਾਮ ਤੱਕ ਵੱਡਾ ਹੋ ਕੇ ਉਹਨੂੰ ਫਲ ਵੀ ਲੱਗ ਜਾਵੇ। ਬੇਸਬਰਿਆਂ ਦੀ ਅਰਦਾਸ ਤੇ ਇਸ ਤਰੀਕੇ ਦੀ ਹੈਗੀ ਹੈ। ਨਹੀਂ, ਜਿਹੜਾ ਸਬਰ ਵਿੱਚ ਅਰਦਾਸ ਕਰੇਗਾ ਉਹਨੂੰ ਪਤਾ ਹੋਏਗਾ ਕਿ ਬੀਜ ਬੋਣਾ ਮੇਰਾ ਕੰਮ ਹੈ, ਉਹਨੂੰ ਪਾਣੀ ਦੇਣਾ ਮੇਰਾ ਕੰਮ ਹੈ, ਉਹਨੂੰ ਪਾਲਣਾ ਮੇਰਾ ਕੰਮ ਹੈ। ਆਪਣੇ ਸਮੇਂ ਤੇ ਉਹਨੂੰ ਫਲ ਜ਼ਰੂਰ ਲੱਗੇਗਾ ਜਦੋਂ ਰੁੱਤ ਆਏਗੀ। ਔਰ ਮੈਂ ਅਗਰ ਪਰਵਰਿਸ਼ ਚੰਗੀ ਕਰ ਲਵਾਂਗਾ ਤੇ ਫਲ ਦੀ ਕਦੀ ਤੋਟ ਨਹੀਂ ਆਏਗੀ। ਇਸ ਤਰ੍ਹਾਂ ਮੈਂ ਬੇਨਤੀ ਕਰਾਂ, ਵਿਸ਼ਵਾਸ ਨੂੰ ਔਰ ਸਬਰ ਨੂੰ ਆਪਣੇ ਹਿਰਦੇ ਦੀ ਭੋਏ ਵਿੱਚ, ਹਿਰਦੇ ਦੀ ਜ਼ਮੀਨ ਦੇ ਵਿੱਚ ਤੁਸੀਂ ਜ਼ਰੂਰ ਸਾਂਭ ਕੇ ਰੱਖੋ। ਉਹਨੂੰ ਨਿਤ ਗੁਰਬਾਣੀ ਦਾ ਪਾਣੀ ਦੇਣਾ ਸ਼ੁਰੂ ਕਰ ਦਿਓ। ਫਿਰ ਉਹਨੂੰ ਅਵਿਸ਼ਵਾਸ ਦੇ ਡੰਗਰਾਂ ਤੋਂ ਬਚਾਉਣਾ ਬੜਾ ਜ਼ਰੂਰੀ ਹੈ। ਬਾਣੀ 'ਚ ਸਾਰਾ ਜ਼ਿਕਰ ਆਉਂਦਾ ਹੈ। ਜਿਹੜੇ ਸਾਡੇ ਅੰਦਰ ਸਿਦਕਹੀਣਤਾ ਆ ਜਾਂਦੀ ਹੈ, ਬਈ ਇਹ ਲੋ ਜੀ 10 ਦਿਨ ਹੋ ਗਏ ਅਰਦਾਸ ਕਰਦੇ, ਪੂਰੀ ਕੋਈ ਨਹੀਂ ਹੋਈ, ਤੇ ਸਤਿਗੁਰੂ ਕਹਿੰਦੇ ਨਹੀਂ, ਸਿਦਕਹੀਣਤਾ ਰੂਪੀ ਪਸ਼ੂਆਂ ਤੋਂ ਉਹਨੂੰ ਬਚਾਉਣਾ ਬੜਾ ਜ਼ਰੂਰੀ ਹੈ। ਗੁਰਸ਼ਬਦ ਦੀ ਵਾੜ ਲਗਾ ਲਓ, ਸੇਵਾ ਦੀ ਵਾੜ ਲਗਾ ਲਓ, ਤੇ ਸਿਦਕਹੀਣਤਾ ਕਦੀ ਅੰਦਰ ਆਏਗੀ ਨਹੀਂ। ਸਬਰ ਹੋਏਗਾ, ਕਦੀ ਬੰਦਾ ਡੋਲੇਗਾ ਨਹੀਂ ਵੀ ਕਰ ਰਿਹਾ ਹਾਂ ਅਰਦਾਸ ਪੂਰੀ ਨਹੀਂ ਪਈ ਹੁੰਦੀ। ਫਿਰ ਇੱਕ ਗੁਣ ਬੜਾ ਅਰਦਾਸ ਵਿੱਚ ਹੋਣਾ ਜ਼ਰੂਰੀ ਹੈ, ਪੂਰੀ ਹੋ ਗਈ ਨਾ,
ਸੰਤੋਖ ਦਾ ਹੋਣਾ ਬੜਾ ਜ਼ਰੂਰੀ ਹੈ। ਕਿਉਂਕਿ ਕਈ ਵਾਰ ਹੁੰਦਾ ਹੈ, ਗੁਰੂ ਅਰਜਨ ਦੇਵ ਜੀ ਤੇ ਕਹਿੰਦੇ ਨਾ 10 ਵਸਤੂ ਲੈ ਪਾਛੈ ਪਾਵੇ, ਇੱਕ ਵਸਤ ਕਾਰਨ ਵੀ ਖੋਟ ਗਵਾਵੇ। ਮੰਗੀਆਂ ਨੇ ਚੀਜ਼ਾਂ 10 ਵਸਤੂਆਂ ਮਿਲ ਗਈਆਂ, ਇੱਕ ਨਹੀਂ ਮਿਲੀ। ਹੁਣ ਜਿਹੜੀਆਂ 10 ਮਿਲੀਆਂ ਹਨ ਉਹਨਾਂ ਦਾ ਸ਼ੁਕਰਾਨਾ ਨਹੀਂ ਕਰਦਾ, ਜਿਹੜੀ ਇੱਕ ਨਹੀਂ ਮਿਲੀ ਉਹਨਾਂ ਲਈ ਹਾਏ ਤੌਬਾ ਮਚਾਉਂਦਾ ਪਿਆ ਹੈ, ਕਿਉਂਕਿ ਸੰਤੋਖ ਨਹੀਂ। ਤੇ ਗੁਰੂ ਸਾਹਿਬ ਸਾਨੂੰ ਬੜਾ ਸੋਹਣਾ ਬਚਨ ਕਹਿੰਦੇ, ਕਹਿੰਦੇ ਇੱਕ ਬਿਨਾ ਦੇ 10 ਬੀਹਰ ਲੈ ਤੋ ਮੁੜਾ ਕੋ ਕਹਾ ਕਰੇ। ਜੇ ਰੱਬ ਤੈਨੂੰ ਇੱਕ ਵੀ ਨਾ ਦਿੰਦਾ ਤੇ ਜਿਹੜੀਆਂ ਆਲਰੇਡੀ ਤੇਰੇ ਕੋਲ 10 ਵਸਤੂਆਂ ਸਨ, ਜੋ ਉਹ ਵੀ ਲੈ ਲੈਂਦਾ ਕਿਧਰੇ ਵਾਪਸ, ਤਾਂ ਤੂੰ ਕੁਝ ਕਰ ਸਕਦਾ ਸੀ? ਤਾਂ ਵੀ ਬੰਦਾ ਕੁਝ ਨਹੀਂ ਸੀ ਕਰ ਸਕਦਾ। ਇਸ ਕਰਕੇ ਸਤਿਗੁਰੂ ਨੇ ਇੱਕ ਜੁਗਤੀ ਸਮਝਾ ਦਿੱਤੀ, ਜਦੋਂ ਸੰਤੋਖ ਆ ਜਾਏਗਾ ਨਾ ਤੇ ਸਿੱਖ ਪਤਾ ਕੀ ਕਹੇਗਾ, ਜਿਸ ਠਾਕੁਰ ਸੋ ਨਹੀਂ ਚਾਰਾ ਕਾਕੋ ਕੀਜੈ ਸਦ ਨਮਸਕਾਰਾ। ਰੱਬ ਦੇ ਅੱਗੇ ਸਾਡੀ ਬਿਲਕੁਲ ਪੇਸ਼ ਨਹੀਂ ਜਾ ਸਕਦੀ। ਆਸਾ ਕੀ ਵਾਰ ਦੇ ਬੋਲ ਤੁਸੀਂ ਪੜ੍ਹਦੇ ਹੋ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਰੱਬ ਅੱਗੇ ਕਿਸੇ ਦੀ ਜ਼ੋਰ ਧੱਕਾਸ਼ਾਹੀ ਹੁਕਮ ਨਹੀਂ ਚੱਲਦਾ ਵੀ ਇੰਝ ਹੀ ਕਰ ਤੂੰ। ਅਰਜ਼ ਚੱਲ ਸਕਦੀ ਹੈ, ਬੇਨਤੀ ਚੱਲ ਸਕਦੀ ਹੈ। ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਅਰਦਾਸ ਕਰਨੀ ਹੀ ਫਬਦੀ ਹੈ, ਸੀਸ ਨਿਵਾਣਾ ਹੀ ਫਬਦਾ ਹੈ। ਤੇ ਅਰਦਾਸ ਦਾ ਫਿਜ਼ੀਕਲ ਜਿਹੜਾ ਤਰੀਕਾ ਦੱਸਿਆ ਗਿਆ ਕਿ ਅਸੀਂ ਕਿਵੇਂ ਕਰਨੀ ਹੈ ਅਰਦਾਸ। ਸਭ ਤੋਂ ਪਹਿਲੇ ਅਸੀਂ ਖਲੋ ਕੇ ਦੋਵੇਂ ਹੱਥ ਜੋੜ ਕੇ, ਨੇਤਰ ਬੰਦ ਹੋ ਜਾਣ ਸਾਰੇ, ਸਿਰ ਝੁਕ ਜਾਵੇ। ਇਹ 4 ਚੀਜ਼ਾਂ ਦਾ ਧਿਆਨ ਰੱਖਣਾ। ਮੈਂ ਫਿਰ ਦੁਹਰਾ ਦੇਵਾਂ, ਬਿਲਕੁਲ ਸਿੱਧੇ ਖਲੋਈਏ, ਹੱਥ ਜੁੜ ਜਾਣ, ਅੱਖਾਂ ਬੰਦ ਹੋ ਜਾਣ ਤੇ ਸਿਰ ਝੁਕ ਜਾਏ। ਇੰਝ ਅਰਦਾਸ ਦਾ ਫਿਜ਼ੀਕਲ ਬੈਰੂਨੀ ਰੂਪ ਜੇ। ਮਾਨਸਿਕ ਰੂਪ ਹੈ ਵਿਸ਼ਵਾਸ ਹੋਵੇ, ਸਬਰ ਹੋਵੇ, ਸੰਤੋਖ ਹੋਵੇ ਤੇ ਸਤ ਹੋਵੇ। ਤੇ ਬਾਣੀ ਚੋਂ ਮੈਂ ਇੱਕ ਪੰਕਤੀ ਕਵਾਂ, ਚਲੋ ਸਤਿਗੁਰੂ ਕਹਿੰਦੇ ਸਤ ਸੰਤੋਖ ਹੋਵੇ ਅਰਦਾਸ। ਜਿਸ ਬੰਦੇ ਦੀ ਅਰਦਾਸ ਵਿੱਚ ਸਤ ਤੇ ਸੰਤੋਖ ਹੋਏਗਾ ਤਾਂ ਸੁਣ ਸਦ ਬਹਾਲੇ ਪਾਸ। ਰੱਬ ਉਸ ਸਵਾਲੀ ਦੀ ਅਰਦਾਸ ਸੁਣੇਗਾ ਵੀ ਤੇ ਉਸ ਸਵਾਲੀ ਨੂੰ ਆਪਣੇ ਕੋਲ ਬਿਠਾਏਗਾ ਵੀ। ਭਾਵ ਰੱਬ ਉਹਨੂੰ ਕਦੀ ਡੋਲਣ ਨਹੀਂ ਦੇਵੇਗਾ, ਕਦੀ ਹੋਰ ਕਿਸੇ ਦਰ ਤੇ ਜਾਣ ਹੀ ਨਹੀਂ ਦੇਵੇਗਾ। ਤੇ ਪਰ ਜਦੋਂ ਮੈਂ ਵੇਖਦਾ ਨਾ, ਮੈਂ ਪਿਛਲੇ ਦਿਨ ਇੱਕ ਵੀਡੀਓ ਵੀ ਬਣਾਈ ਸੀ ਕਿ ਸਾਡੀਆਂ ਅਰਦਾਸਾਂ ਪੂਰੀਆਂ ਕਿਉਂ ਨਹੀਂ ਹੁੰਦੀਆਂ, ਕਿਉਂਕਿ ਸਾਡੀ ਅਰਦਾਸ ਵਿੱਚ ਸਤ, ਸੰਤੋਖ, ਸਬਰ, ਵਿਸ਼ਵਾਸ ਨਹੀਂ ਹੁੰਦਾ, ਕੇਵਲ ਸਵਾਰਥ ਹੁੰਦਾ ਵੀ ਵਾਹਿਗੁਰੂ ਮੈਨੂੰ ਹੀ ਦੇਈ ਜਾ। ਮੈਂ ਤੇ ਇੱਥੋਂ ਤੱਕ ਸੁਣਿਆ ਲੋਕਾਂ ਨੂੰ ਅਰਦਾਸ ਵਿੱਚ, ਬਈ ਹੇ ਵਾਹਿਗੁਰੂ ਮੈਨੂੰ ਨਹੀਂ, ਮੇਰੇ ਬਰਾਬਰ ਦਾ ਮੇਰੇ ਭਰਾ ਨੂੰ ਨਾ ਦੇ ਦੇ, ਮੈਨੂੰ ਦੇਈ, ਮੇਰੀ ਨਾਲ ਦੇ ਦੁਕਾਨ ਵਾਲੇ ਨੂੰ ਨਾ ਦੇ ਦੇਵੀਂ, ਮੈਨੂੰ ਦੇਈ, ਮੇਰੇ ਗੁਆਂਢੀ ਨੂੰ ਨਾ ਦੇ ਦੇਵੀਂ। ਇਹ ਜਿਹੀਆਂ ਅਰਦਾਸਾਂ ਵੀ ਲੋਕ ਆ ਜਾਂਦੇ ਹਨ ਕਰਨ ਵਾਸਤੇ। ਨਹੀਂ, ਫਿਰ ਉਹ ਕਿੱਥੋਂ ਪੂਰੀਆਂ ਹੋਣਗੀਆਂ? ਕਿਉਂਕਿ ਰੱਬ ਤੇ ਸਾਰਿਆਂ ਦਾ ਹੈ ਨਾ, ਕੋਈ ਇਕੱਲਾ ਮੇਰਾ ਤੇ ਹੈ ਨਹੀਂ। ਉਹ ਸਾਰਿਆਂ ਦਾ ਭਲਾ ਮਨਾਉਂਦਾ ਹੈ। ਇੱਕ ਗੱਲ ਜਿਹੜੀ ਮੈਂ ਵਿਸ਼ਵਾਸ ਵਾਲੀ ਕਹੀ ਨਾ, ਅਰਦਾਸ, ਕਿਉਂਕਿ ਜਦੋਂ ਮੇਰਾ ਵੀ ਟੌਪਿਕ ਸੀ, ਕਈ ਐਪੀਸੋਡਸ ਮੈਂ ਕੀਤੇ ਸਨ ਬਹੁਤ ਪਹਿਲੇ ਅਰਦਾਸ ਦੇ ਉੱਤੇ, ਤੇ ਉਹਦੇ ਵਿੱਚ ਮੈਂ ਇੱਕ ਜ਼ਿਕਰ ਕੀਤਾ ਸੀ, ਬੜਾ ਜਗਤ ਪ੍ਰਸਿੱਧ ਇੱਕ ਦ੍ਰਿਸ਼ਟਾਂਤ ਵਿਦਵਾਨਾਂ ਨੇ, ਮਹਾਂਪੁਰਸ਼ਾਂ ਨੇ ਲਿਖਿਆ ਕਿ ਇੱਕ ਪਿੰਡ ਦੇ ਵਿੱਚ ਬੜੇ ਸਮੇਂ ਤੋਂ ਨਾ ਬਰਸਾਤ ਨਹੀਂ ਸੀ ਹੋਈ। ਵੈਸੇ ਗੁਰਮਤ ਨੇ ਨਾ ਬਰਸਾਤ ਕਰਨ ਲਈ ਵੀ ਜਾਂ ਬੰਦ ਕਰਨ ਲਈ ਵੀ ਅਰਦਾਸ ਦਾ ਕੋਈ ਕਨਸੈਪਟ ਨਹੀਂ ਦਿੱਤਾ। ਉਹ ਇਹ ਕਹਿੰਦੇ ਬਈ ਕਿ ਜਿਸਨੇ ਮੇਘ ਪਠਾਇਆ ਹੈ, ਪਠਾ ਦਿੱਤਾ ਨਾ ਜਦੋਂ, ਤਾਂ ਸ਼ੁਕਰਾਨਾ ਕਰੋ, ਨਹੀਂ ਪਠਾਇਆ ਤਾਂ ਸਬਰ ਕਰ ਲਓ। ਸ਼ੁਕਰ ਔਰ ਸਬਰ ਇਹ 2 ਅਵਸਥਾਵਾਂ ਹਨ ਜੀਵਨ ਦੀਆਂ। ਜਦੋਂ ਹੈ ਤੇ ਸ਼ੁਕਰ, ਜਦੋਂ ਨਹੀਂ ਹੈ ਤੇ ਸਬਰ। ਤੇ ਜਦੋਂ ਸਬਰ ਕਰੇਗਾ ਨਾ, ਜਦੋਂ ਸਬਰ ਦਾ ਇਮਤਿਹਾਨ ਰੱਬ ਲੈ ਲਵੇਗਾ ਤੇ ਰੱਬ ਜਦੋਂ ਬਖਸ਼ਿਸ਼ ਕਰ ਦੇਵੇਗਾ, ਫਿਰ ਸ਼ੁਕਰਾਨਾ ਕਰੋ। ਆਪਾ ਭਾਵ ਹਉਮੈ ਇਹ ਕਦੀ ਵੀ ਨਹੀਂ। ਸਿੱਖ ਦਾ ਜੀਵਨ ਸਬਰ ਔਰ ਸ਼ੁਕਰ ਦੇ ਹੀ ਆਖ ਲਈਏ ਦੋ ਗੁਣਾ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਤੇ ਉਹ ਕਹਿੰਦੇ ਜੀ ਕਿ ਸਾਰਿਆਂ ਨੇ ਇੱਕ ਦਿਨ ਫੈਸਲਾ ਕੀਤਾ ਕਿ ਕੱਲ ਸਵੇਰੇ ਅਸੀਂ ਪਿੰਡ ਵਿੱਚ ਇਕੱਠੇ ਹੋਵਾਂਗੇ ਇੱਕ ਜਗ੍ਹਾ ਤੇ, ਉੱਥੇ ਅਰਦਾਸ ਕਰਾਂਗੇ ਵੀ ਬਾਰਿਸ਼ ਪੈ ਜਾਵੇ। ਸਾਰੇ ਇਕੱਠੇ ਹੋ ਕੇ ਤੁਰਨ ਲੱਗ ਪਏ। ਤੇ ਜਿਸ ਵੇਲੇ ਤੁਰੇ ਨਾ ਜੀ, ਇੱਕ 7 ਕੇ 8 ਸਾਲ ਦਾ ਛੋਟਾ ਜਿਹਾ ਮਾਸੂਮ ਬੱਚਾ ਵੀ ਤੁਰ ਪਿਆ। ਤੇ ਸਾਰੇ ਜਾ ਰਹੇ ਸਨ, ਬਸ ਇਹਦੇ ਹੱਥ ਵਿੱਚ ਨਾ ਇਹ ਵੀ ਜਾ ਰਿਹਾ ਸੀ, ਛਾਤਾ ਸੀ, ਛਤਰੀ ਸੀ। ਤੇ ਲੋਕਾਂ ਨੇ ਪੁੱਛਿਆ ਇਹਦੇ ਕੋਲੋਂ, ਬੇਟਾ ਤੇ ਤੂੰ, ਅਸੀਂ ਸਾਰੇ ਤੇ ਇੰਝ ਹੀ ਜਾ ਰਹੇ ਹਾਂ, ਤੂੰ ਛਤਰੀ ਲੈ ਕੇ ਕਿਉਂ ਜਾ ਰਿਹਾ ਹੈ? ਉਹਨੇ ਕਿਹਾ ਜਦੋਂ ਤੁਸੀਂ ਸਬਰੇ, ਅਸੀਂ ਸਾਰੇ ਰਲ ਕੇ ਅਰਦਾਸ ਕਰਾਂਗੇ ਬਾਰਿਸ਼ ਲਈ ਤੇ ਬਾਰਿਸ਼ ਹੋਏਗੀ। ਤੇ ਮੇਰੀ ਮਾਂ ਨੇ ਮੈਨੂੰ ਕਿਹਾ ਕਦੀ ਬਾਰਿਸ਼ 'ਚ ਭਿੱਜਣਾ ਨਹੀਂ। ਇਹ ਵਿਸ਼ਵਾਸ ਸੀ ਵੀ ਰੱਬ ਮੇਰੀ ਅਰਦਾਸ ਸੁਣੇਗਾ, ਮੰਨੇਗਾ, ਰੱਬ ਉਸ ਨੂੰ ਪੂਰਾ ਕਰੇਗਾ। ਇਸ ਤਰੀਕੇ ਦੇ ਵਿਸ਼ਵਾਸ ਦੇ ਨਾਲ ਜਦੋਂ ਅਰਦਾਸ ਕੋਈ ਕਰੇਗਾ ਨਾ, ਸੱਚਮੁੱਚ ਰੱਬ ਪ੍ਰਵਾਨ ਕਰੇਗਾ। ਹਾਂ, ਪ੍ਰਵਾਨ ਕਰਨ ਵਿੱਚ ਹੋ ਸਕਦਾ ਦੇਰ ਵੀ ਹੋ ਜਾਏ, ਲੇਕਿਨ ਦੇਰ ਨੂੰ, ਉਸ ਬੇਸਬਰੀ ਨੂੰ, ਉਸ ਅਧੀਰਜ ਵਾਲੀ ਹਾਲਤ ਤੋਂ ਬਚਣ ਲਈ ਫਿਰ ਸਬਰ ਹੈ। ਸਬਰ ਕਰਨਾ ਬੜਾ ਜ਼ਰੂਰੀ ਹੈ। ਇੱਕ ਹੋਰ ਬੜਾ ਸਵਾਦਲਾ ਵਿਸ਼ਾ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ 'ਚ ਕਿ ਅਸਾਂ ਨੇ, ਕੋਈ ਸਾਨੂੰ ਪੁੱਛੇ ਨਾ ਵੀ ਤੁਸੀਂ ਪਹਿਲੀ ਅਰਦਾਸ ਕਦੋਂ ਕੀਤੀ ਸੀ, ਤੇ ਹੋ ਸਕਦਾ ਹੈ ਕੋਈ ਕਹਿ ਦੇਵੇ ਜਿਸ ਵੇਲੇ ਜੀ ਮੈਂ ਪੈਦਾ ਹੋਇਆ ਸੀ ਤੇ ਜਦੋਂ ਮੇਰਾ ਨਾਮਕਰਨ ਸੀ ਉਸ ਵੇਲੇ ਮੇਰੀ ਸਭ ਤੋਂ ਪਹਿਲੀ ਅਰਦਾਸ ਹੋਈ ਸੀ, ਜਾਂ ਛੋਟੇ ਹੁੰਦੇ ਜਦੋਂ ਮੈਂ ਬਿਮਾਰ ਹੋਇਆ ਸੀ ਸ਼ਾਇਦ ਉਸ ਵੇਲੇ ਹੋਈ ਹੋਵੇ, ਜਾਂ ਮੇਰੇ ਮਾਂ ਬਾਪ ਨੇ ਮੇਰੇ ਪੈਦਾ ਹੋਣ ਦੇ ਸ਼ੁਕਰਾਨੇ ਦੀ ਅਰਦਾਸ ਕਰਾਈ ਹੋਵੇ। ਨਹੀਂ,
ਸਭ ਤੋਂ ਪਹਿਲੀ ਅਰਦਾਸ ਅਸੀਂ ਆਪ ਕੀਤੀ ਹੈ, ਕਿਸੇ ਨੇ ਨਹੀਂ ਸਾਡੇ ਲਈ ਕੀਤੀ। ਉਹ ਅਰਦਾਸ ਕਿੱਥੇ ਕੀਤੀ? ਗੁਰੂ ਨਾਨਕ ਸਾਹਿਬ ਕਹਿੰਦੇ ਕਿ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਇਹ ਪਹਿਰੇ ਬਾਣੀ ਹੈ। ਜਦੋਂ ਅਸੀਂ ਮਾਂ ਦੇ ਪੇਟ ਵਿੱਚ ਸਾਂ, ਮਾਤਾ ਦੇ ਗਰਭ ਦੇ ਵਿੱਚ ਸਾਂ, ਪੁੱਠੇ ਲਟਕੇ ਹੋਏ ਸਾਂ, ਤੁਸੀਂ ਵੀ ਮੈਂ ਵੀ, ਜਿਤਨੇ ਲੋਕ ਇਸ ਪ੍ਰੋਗਰਾਮ ਨੂੰ ਸੁਣ ਰਹੇ ਹਨ, ਦੁਨੀਆ ਦੇ ਜਿਤਨੇ ਲੋਕ ਹਨ, ਅਸੀਂ ਸਾਰੇ ਉਸ ਮਾਤਾ ਦੇ ਪੇਟ ਵਿੱਚ ਪਹਿਲੀ ਅਰਦਾਸ ਕਰਕੇ ਆਏ ਸਾਂ। ਹਾਲਾਂਕਿ ਉਹ ਸਾਨੂੰ ਭੁੱਲ ਗਈ ਗੱਲ। ਉਹ ਅਰਦਾਸ ਕੀ ਸੀ? ਵੈਸੇ ਉਹਦਾ ਜ਼ਿਕਰ ਵੀ ਕੀਤਾ ਗਿਆ ਕਿ ਹੇ ਵਾਹਿਗੁਰੂ, ਸਾਨੂੰ ਇਸ ਤੰਗ ਜਗ੍ਹਾ ਤੋਂ ਬਾਹਰ ਕੱਢ ਦੇ, ਇਸ ਨਰਕ ਚੋਂ ਸਾਨੂੰ ਬਾਹਰ ਕੱਢ ਦੇ। ਬਾਹਰ ਜਾ ਕੇ ਨਾ ਅਸੀਂ ਦੁਨੀਆ ਵਿੱਚ ਜਾ ਕੇ ਤੇਰਾ ਨਾਮ ਸਿਮਰਾਂਗੇ, ਤੇਰੀ ਕਹਿ ਲਵੋ ਕਿ ਭਗਤੀ ਕਰਾਂਗੇ, ਤੇ ਭਗਤੀ ਕਰਕੇ ਮਨੁੱਖਾ ਜਨਮ ਸਫਲਾ ਕਰਾਂਗੇ। ਅਸਾਂ ਸਾਰਿਆਂ ਨੇ ਅਰਦਾਸ ਕੀਤੀ। ਤੇ ਮੈਂ ਕਈ ਵਾਰ ਕਹਿੰਦਾ ਹਾਂ, ਉਸ ਅਰਦਾਸ ਵਿੱਚ ਅਸੀਂ ਕਿਹੜੇ ਬੋਲ ਬੋਲੇ ਸਨ? ਸਾਡੇ ਕੋਲ ਉਦੋਂ ਤੇ ਸਾਨੂੰ ਬੋਲਣਾ ਵੀ ਨਹੀਂ ਸੀ ਆਉਂਦਾ। ਉਸ ਵੇਲੇ ਜਿਹੜੀ ਸੁਰਤ ਸੀ ਨਾ, ਸੁਰਤ ਜੁੜੀ ਹੋਈ, ਉਹ ਜੁੜੀ ਹੋਈ ਸੁਰਤ ਨਾਲ ਅਰਦਾਸ ਹੋ ਰਹੀ ਸੀ। ਤੇ ਸੱਚ ਇਹ ਜੇ ਅੱਜ ਜੇ ਸੁਰਤ ਜੋੜਨੀ ਆ ਜਾਏ ਸਾਨੂੰ ਪਰਮਾਤਮਾ ਨਾਲ, ਤੇ ਸਾਨੂੰ ਅਰਦਾਸ ਵੇਲੇ ਨਾ ਲਫ਼ਜ਼ਾਂ ਦੀ ਵੀ ਲੋੜ ਨਹੀਂ ਪਏਗੀ। ਸਾਨੂੰ ਇੱਥੋਂ ਤੱਕ ਪਤਾ ਲੱਗ ਜਾਏਗਾ, ਵਿਣ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗੇ ਕੀਚੇ ਅਰਦਾਸ। ਉਹ ਬਿਨਾਂ ਬੋਲਿਆਂ ਸਭ ਕੁਛ ਜਾਣਦਾ ਹੈ। ਤੋ ਅਰਦਾਸ ਦੇ ਅਰਥ ਆਪਨੇ ਪੁੱਛੇ ਸਨ। ਅਰਧ ਆਸ ਭਾਵ ਮੰਗਣ ਦੀ ਕਿਰਿਆ, ਫਾਰਸੀ ਵਾਲੇ ਕਹਿੰਦੇ ਅਰਜ਼ਦਾਸ਼ਤ ਭਾਵ ਪ੍ਰਾਰਥਨਾ। ਤੇ ਕਿਵੇਂ ਕਰਨੀ ਹੈ? ਸਰੀਰ ਬਿਲਕੁਲ ਇਕਾਗਰ ਹੋਵੇ, ਹੱਥ ਜੁੜੇ ਹੋਣ, ਨੇਤਰ ਬੰਦ ਹੋਣ, ਸਿਰ ਝੁਕਿਆ ਹੋਵੇ। ਇਹ ਚਾਰ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਾ ਹੈ। ਔਰ ਮਾਨਸਿਕ ਜੋ ਅਵਸਥਾ ਹੈ, ਘੱਟੋ ਘੱਟ ਮਨ ਟਿਕਿਆ ਹੋਵੇ, ਵਿਸ਼ਵਾਸ ਹੋਵੇ, ਸਬਰ ਹੋਵੇ, ਸਤ ਹੋਵੇ ਤੇ ਸੰਤੋਖ ਹੋਵੇ। ਇਸ ਢੰਗ ਨਾਲ ਜੇ ਅਸੀਂ ਅਰਦਾਸ ਕਰਾਂਗੇ, ਪਾਤਸ਼ਾਹ ਕਹਿੰਦੇ ਜਿਸ ਕਾ ਤਨ ਮਨ ਧਨ ਸਭ ਤਿਸਕਾ, ਸੋਈ ਸੁਕੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਅਰਦਾਸ ਕਰ। क्या बात है महाराज, साढ़े ते भी दया करे। आज बहुत ही मतलब वैसे बहुत इमोशनल चीज़ है अरदास करना जी। देखो कि ਆਪਾਂ ਕਿਸੇ ਕੋਲ ਜਾਣੇ ਆ ਨਾ ਕੁਝ ਮੰਗਣ ਲਈ ਤਾਂ ਬੜਾ ਔਖਾ ਹੁੰਦਾ ਹੈ ਮੰਗਣਾ, ਲੇਕਿਨ ਉਹ ਐਸਾ ਪਿਓ ਹੈ ਜਿਹਦੇ ਕੋਲ ਸਾਰੀ ਦੁਨੀਆ ਮੰਗ ਕੇ ਵੀ ਖਾ ਰਹੀ ਹੈ ਤੇ ਬਿਨਾਂ ਮੰਗੇ ਵੀ ਪਰਮਾਤਮਾ ਸਾਰਿਆਂ ਨੂੰ ਰਿਜ਼ਕ ਦੇ ਰਿਹਾ। ਮਹਾਰਾਜ ਦਇਆ ਕਰੇ। ਸਭਨਾ ਤੇਰੀ ਆਸ ਪ੍ਰਭ, ਸਭ ਜੀ ਤੇਰੇ ਤੂੰ ਰਾਸ, ਪ੍ਰਭ ਤੁਧੋ ਖਾਲੀ ਕੋ ਨਹੀਂ, ਦਰ ਗੁਰਮੁਖਾਂ ਨੂੰ ਸਾਬਾਸ, ਇੱਕ ਭੋਜਲ ਡੁੱਬਦੇ ਕੱਢ ਲੈ, ਜਨ ਨਾਨਕ ਕੀ ਅਰਦਾਸ। ਪ੍ਰਭ ਤੁਧੇ ਖਾਲੀ ਕੋ ਨਹੀਂ, ਦਰ ਗੁਰਮੁਖਾਂ ਨੂੰ ਸਾਬਾਸ। गलत पढ़ गया, मैं दोबारा पढ़ देना। सबना तेरी आस प्रभ, सब जी तेरे तू रास, प्रभ तुधे खाली को नहीं, दर गुरमुखां नू साबास, पिख भौचल कट डुबदे कट लै जन नानक की अरदास। महाराज दया करे ਸਾਡੇ ਡੁੱਬਦਿਆਂ ਨੂੰ ਵੀ ਕੱਢ ਲਵੇ। ਅੱਜ ਵੀਰ ਜੀ ਨੇ ਬੜੇ ਪਿਆਰ ਦੇ ਨਾਲ ਸਾਨੂੰ ਗੱਲ ਦੱਸੀ ਅਰਦਾਸ ਅਸੀਂ ਕਿਵੇਂ ਕਰਨੀ ਹੈ, ਕਿਉਂਕਿ ਆਮ ਸੰਗਤ ਵਿੱਚ ਦੇਖਿਆ ਵੀ ਜਾਂਦਾ ਜਦੋਂ ਅਰਦਾਸ ਚੱਲਦੀ ਹੈ ਤੇ ਕੋਈ ਕਿਸ ਤਰ੍ਹਾਂ ਖੜਾ ਹੁੰਦਾ ਹੈ, ਕੋਈ ਕਿਸ ਤਰ੍ਹਾਂ ਖੜਾ ਹੁੰਦਾ ਹੈ। ਅੱਜ ਵੀਰ ਜੀ ਨੇ ਖੜੇ ਹੋਣ ਦਾ ਤਰੀਕਾ ਵੀ ਅਰਦਾਸ ਦਾ ਦੱਸਿਆ ਹੈ। ਮਨ ਦੀ ਅਵਸਥਾ ਬਾਰੇ ਵੀ ਗੱਲ ਕੀਤੀ ਹੈ ਕਿ ਪਰਮਾਤਮਾ ਤੋਂ ਅਸੀਂ ਕਿਵੇਂ ਭਿਖਾਰੀ ਬਣ ਕੇ ਮੰਗ ਸਕਦੇ ਹਾਂ, ਕਿਉਂਕਿ ਭਿਖਾਰੀ ਉਹੀ ਆ ਵਧੀਆ ਹੁੰਦਾ ਜਿਹਨੂੰ ਭਿਖ ਪੈ ਜਾਏ ਤੇ ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਕੋਲੋਂ ਮੈਂ ਭੀਖ ਮੰਗਣ ਚੱਲਿਆ, ਜਿੱਤੇ ਅੱਗੇ ਮੈਂ ਝੋਲੀ ਅੱਡਣ ਚੱਲਿਆ, ਉਹਨੂੰ ਕੀ ਪਸੰਦ ਆਏਗਾ ਕਿ ਉਹ ਖੈਰ ਪਾ ਦੇਵੇ ਮੇਰੀ ਝੋਲੀ। ਤੇ ਅੱਜ ਗੱਲ ਜਿਹੜੀ ਹੋਈ ਹੈ ਬੜੀ ਪਿਆਰ ਵਾਲੀ। ਮਹਾਰਾਜ ਦਇਆ ਕਰੇ ਸਾਨੂੰ ਵੀ ਇਹ ਸਮਝ ਪਵੇ ਕਿ ਕਿਵੇਂ ਅਰਦਾਸ ਕਰਨੀ ਹੈ। ਵੀਰ ਜੀ ਟਾਈਮ ਬਹੁਤ ਘੱਟ ਹੈ, ਹਾਲਾਂਕਿ ਕੁਐਸਚਨ ਹੋਰ ਵੀ ਨੇ, ਮੈਂ ਸੰਗਤ ਤੋਂ ਮਾਫੀ ਮੰਗਾਂਗਾ। ਇਹ ਹੁਣ ਆਖਰੀ ਕੁਐਸਚਨ ਅਸੀਂ ਲੈ ਰਹੇ ਹਾਂ, ਇਸ ਤੋਂ ਬਾਅਦ ਜੋ ਰਹਿ ਗਏ ਨੇ ਕੁਐਸਚਨ ਅਗਲੇ ਸੈਸ਼ਨ ਵਿੱਚ ਅਸੀਂ ਸ਼ਿਫਟ ਕਰ ਦਾਂਗੇ। ਠੀਕ ਹੈ ਜੀ। ਮੇਰੇ ਕੋਲ ਇੱਕ ਕੁਐਸਚਨ ਆਇਆ ਹੈ, ਵਾਟ ਡਸ ਆਰ ਕੜਾ ਸਿੰਬਲਾਈਜ਼ਸ, ਵਾਈ ਸ਼ੁਡ ਅ ਸਿੱਖ ਵੇਅਰ ਇਟ। ਕੜਾ ਕੀ ਸਿੰਬਲਾਈਜ਼ ਕਰਦਾ ਹੈ, ਸਾਨੂੰ ਕਿਉਂ ਪਾਉਣਾ ਚਾਹੀਦਾ। ਇਸ ਤੋਂ ਪਹਿਲੇ ਵੀਰ ਜੀ ਤੁਸੀਂ ਇਸ ਸਵਾਲ ਦਾ ਜਵਾਬ ਦਿਓ। ਮੈਨੂੰ ਖੁਸ਼ੀ ਹੋਈ ਹੈ ਜੇ ਸੰਗਤ ਨੇ ਸਵਾਲ ਪੁੱਛਿਆ। ਮੈਂ ਆਪਣਾ ਇੱਕ ਐਕਸਪੀਰੀਅੰਸ ਦੱਸਣਾ। ਮੈਂ ਇੱਕ ਵਾਰ ਟਰੈਵਲ ਕਰ ਰਿਹਾ ਸੀ ਅੰਮ੍ਰਿਤਸਰ ਸਾਹਿਬ ਤੋਂ ਰਾਜਪੁਰਾ, ਤੇ ਬੱਸ ਤੇ ਮੈਂ ਟਰੈਵਲ ਕਰ ਰਿਹਾ ਸੀ ਤੇ ਮੈਨੂੰ ਆਰਡੀਨਰੀ ਬੱਸ ਮਿਲੀ ਤੇ ਸਾਰੀ ਸੀਟਾਂ ਫੁੱਲ ਸੀ। ਮੈਂ ਨਾਈਟ ਬੱਸ ਤੇ ਚੱਲਣਾ ਸੀ, ਲਗਭਗ ਲਾਸਟ ਬੱਸਾਂ ਵਿੱਚ ਉਹ ਬੱਸ ਸੀ, ਵੋਲਵੋ ਨਹੀਂ ਮਿਲੀ। ਤੇ ਮੈਂ ਜਿਸ ਬੱਸ ਵਿੱਚ ਚੱਲਿਆ ਤੇ ਜਲੰਧਰ ਤੋਂ ਬਾਅਦ ਲਵਲੀ ਯੂਨੀਵਰਸਿਟੀ ਪੈਂਦੀ ਹੈ, ਉੱਥੇ ਬੱਸ ਰੁਕੀ ਤੇ ਉਧਰੋਂ ਦੋ ਮੁੰਡੇ ਚੜੇ ਤੇ ਮੈਂ ਜਿੱਥੇ ਖੜਾ ਸੀ ਮੈਨੂੰ ਤੋਂ ਕੁਝ ਦੂਰੀ ਤੇ ਇੱਕ ਸੀਟ ਖਾਲੀ ਹੋਈ ਤੇ ਇਸ ਤੋਂ ਪਹਿਲੇ ਮੈਂ ਉਸ ਸੀਟ ਤੇ ਪਹੁੰਚਦਾ, ਉਹ ਦੋ ਮੁੰਡੇ ਆ ਕੇ ਬੈਠ ਗਏ। ਇੱਕ ਉਹਨਾਂ ਵਿੱਚੋਂ ਸਿੱਖ ਮੁੰਡਾ ਸੀਗਾ, ਇੱਕ ਹਿੰਦੂ ਵੀਰ ਸੀਗਾ, ਤੇ ਮੈਂ ਉਧਰ ਹੀ ਆ ਕੇ ਖੜਾ ਹੋ ਗਿਆ।
ਤੇ ਬਸ ਚਲੀ ਥੋੜੀ ਦੇਰ ਬਾਅਦ ਉਹ ਹਿੰਦੂ ਵੀਰ ਸਰਦਾਰ ਵੀਰ ਨੂੰ ਪੁੱਛਦਾ, ਉਹ ਸ਼ਾਇਦ ਇਕੱਠੇ ਪੜ੍ਹਦੇ ਹੋਣਗੇ, ਆਪਸ ਵਿੱਚ ਗੱਲ ਕਰਦੇ ਕਿ ਉਹਨੇ ਨਾ ਉਹਨੂੰ ਕੀ ਸਮਝ ਆਇਆ, ਉਹਨੂੰ ਪੁੱਛਿਆ ਕਿ ਵੀਰ ਇਹ ਕੜਾ ये तुमने क्यों पहना है? ਤੇ ਉਹ ਅੱਗੋਂ ਕਹਿੰਦਾ ਇਹ ਹਮ ਪਹਿਨਤੇ हैं। ਉਹਨੇ ਫਿਰ ਪੁੱਛਿਆ ਇਹਦਾ ਕਾਰਨ ਤੇ ਹੋਏਗਾ, ਤੁਸੀਂ ਪਾਉਂਦੇ ਹੋ, ਕਿਉਂ ਪਾਉਂਦੇ ਹੋ? ਕਹਿੰਦੇ ਬਸ ਪਹਿਨਤੇ हैं। ਤੇ ਅੱਜ ਇਹ ਕੁਐਸਚਨ ਆਇਆ, ਮੈਨੂੰ ਖੁਸ਼ੀ ਹੋਈ ਕਿਉਂਕਿ ਹਾਲਾਂਕਿ ਉੱਥੇ ਮੈਂ ਇੰਟਰਵਿਊ ਕਰਕੇ ਮੈਂ ਗੱਲਬਾਤ ਕੀਤੀ ਉਹਨਾਂ ਬੱਚਿਆਂ ਦੇ ਨਾਲ, ਲੇਕਿਨ ਜਿਸ ਗੱਲ ਦਾ ਦੁਖਾਂਤ ਇਹ ਸੀਗਾ ਕਿ ਜਿਹੜਾ ਬੱਚਾ ਕਾਲਜ ਪੜ੍ਹ ਰਿਹਾ ਹੈ ਉਹ ਵੀ ਅਜੇ ਨਹੀਂ ਜਾਣਦਾ ਕਿ ਮਹਾਰਾਜ ਨੇ ਸਾਨੂੰ ਕਕਾਰ ਕਿਉਂ ਦਿੱਤੇ, ਕਿਸ ਕਰਕੇ ਦਿੱਤੇ, ਕਿਸ ਕਕਾਰ ਦੀ ਇੰਪੋਰਟੈਂਸ ਜਾਂ ਸਿਗਨੀਫੀਕੈਂਸ ਕੀ ਹੈ। ਤੇ ਅਜੇ ਕੁਐਸਚਨ ਆਇਆ, ਮੈਨੂੰ ਖੁਸ਼ੀ ਹੋਈ ਹੈ। ਤੇ ਵੀਰ ਜੀ ਤੁਸੀਂ ਪਲੀਜ਼ ਇਹਦਾ ਜਵਾਬ ਦਿਓ। ਤੇ पहला रूप है ना, व्हाट डज कड़ा सिंबलाइजेस, ਤੇ ਦੂਸਰਾ ਹੈ ਕਿ ਵਾਈ ਸ਼ੁੱਡ ਅਸੀਂ ਵੇਅਰ ਇਟ। ਜੀ ਵੀਰ ਜੀ, ਵਾਈ ਸ਼ੁੱਡ, ਠੀਕ ਹੈ। ਸਿੰਬਲ ਜਿਹਨੂੰ ਅਸੀਂ ਪ੍ਰਤੀਕ ਜਾਂ ਚਿੰਨ੍ਹ ਕਹਿ ਦਿੰਦੇ ਆ, ਵੈਸੇ ਮੈਂ ਇੱਕ ਬੇਨਤੀ ਕਰਦਿਆਂ ਪਹਿਲੇ ਹੀ ਕਿ ਸਾਡੇ ਜਿਹੜੇ 5 ਕਕਾਰ ਹਨ ਨਾ, ਉਹ ਕੇਵਲ ਸਿੰਬਲਸ ਨਹੀਂ ਹਨ। ਮੈਂ ਇੱਕ ਬੁੱਕ ਵੀ ਪੜ੍ਹੀ ਸੀ ਕਿਸੇ ਵੇਲੇ, ਸ਼ਾਇਦ ਫਤਿਹ ਗਰੁੱਪ ਦੀ ਸੀ, ਕਿਸ ਦੀ, ਵੀ ਆਰ ਨਾਟ ਸਿੰਬਲਸ। ਆਪ ਜੀ ਨੇ ਵੀ ਸ਼ਾਇਦ ਪੜ੍ਹੀ ਹੋਵੇ, ਸਾਡੀ ਵਰਕਸ਼ਾਪ ਲੱਗੀ ਸੀ ਇੱਕ ਵਾਰ ਕਾਲਜ ਵਿੱਚ, ਤੇ ਉਹਨਾਂ ਨੇ ਬੜਾ ਉਹਦੇ ਵਿੱਚ ਇਲੈਬੋਰੇਟ ਕਰਕੇ ਦੱਸਿਆ ਕਿ ਸਾਡੇ ਜਿਹੜੇ ਜਿਤਨੇ ਵੀ ਕਕਾਰ ਹਨ ਬਾਕੀ ਧਰਮਾਂ ਦੀ ਤਰ੍ਹਾਂ ਕੇਵਲ ਚਿੰਨ੍ਹ ਮਾਤਰ ਨਹੀਂ ਹਨ। ਜਿਵੇਂ ਕੋਈ ਤਿਲਕ ਲਾ ਲੈਂਦਾ, ਉਹ ਚਿੰਨ੍ਹ ਹੈ। ਹੁਣ ਉਹ ਤਿਲਕ ਉਹਦਾ ਕੁਝ ਮਤਲਬ ਕਿਸੇ ਤਲ ਨਾਲ ਕੋਈ ਦੁਨਿਆਵੀ ਤਲ ਤੇ ਕੋਈ ਚੀਜ਼ ਸਵਾਰ ਨਹੀਂ ਸਕਦਾ। ਤੇ ਪਹਿਲੀ ਗੱਲ ਤੇ ਮੈਂ ਕਹਾਂਗਾ ਕਿ ਜਿਹੜਾ ਸਾਡੇ 5 ਕਕਾਰ ਹਨ ਉਹ ਚਿੰਨ੍ਹ ਮਾਤਰ ਨਹੀਂ ਹਨ। ਅਗਰ ਸਾਡਾ ਦੁਖਾਂਤ ਜੇ ਦੇਖੋ, ਹੁਣ ਮੈਂ ਉਸਦੇ ਜਵਾਬ ਤੋਂ ਪਹਿਲੇ ਬੇਨਤੀ ਕਰਾਂ, ਅਸਾਂ ਲੋਕਾਂ ਨੇ ਪਤਾ ਕੀ ਕੀਤਾ, ਜਿਵੇਂ ਸਾਡਾ ਕੰਗਾ ਹੈ ਨਾ, ਤੇ ਕੰਗੇ ਵਿੱਚ ਉਹ ਨਿੱਕੀ ਜੀ ਕਿਰਪਾਨ ਜੀ ਬਣਾ ਕੇ ਲਾ ਦਿੱਤੀ। ਕਈ ਲੋਕ ਉਸੇ ਨੂੰ ਹੁਣ ਕਿਰਪਾਨ ਸਮਝ ਰਹੇ ਹਨ। ਮਤਲਬ ਇਸ ਤਰੀਕੇ ਨਾਲ ਕਈ ਲੋਕ ਉਹ ਗਲੇ ਦੇ ਵਿੱਚ ਖੰਡਾ, ਕਿਰਪਾਨ ਛੋਟੀ ਜੀ, ਉਹ ਟੀਨ ਦੇ ਟੱਪਰ ਜੀ ਦੀ ਬਣੀ ਹੁੰਦੀ ਹੈ, ਤੇ ਹੋਰ ਚੀਜ਼ਾਂ ਉਹ ਪਾ ਲੈਂਦੇ ਨੇ। ਤੇ ਇੱਕ ਮਹਾਂਪੁਰਸ਼ ਦੀ ਮੈਂ ਸੰਗਤ ਕਰ ਰਿਹਾ ਸੀ, ਉਹ ਕਹਿੰਦੇ ਫਿਰ ਨਿੱਕਾ ਜਿਹਾ ਕਛਹਿਰਾ ਵੀ ਇੱਥੇ ਲਟਕਾ ਲਿਆ ਕਰੋ ਤੁਸੀਂ, ਉਹ ਵੀ ਪਾਉਣ ਦੀ ਲੋੜ ਨਹੀਂ। ਮਤਲਬ ਅਗਰ ਤੁਸੀਂ ਸਿੰਬਲਸ ਦੀ ਗੱਲ ਕਰੋਗੇ ਤੇ ਸਿੰਬਲਾਈਜ਼ਸ ਦਾ ਅਸੀਂ ਲਿਟਰਲ ਮੀਨਿੰਗ ਨਾਲ ਲੈ ਕੇ ਤੇ ਅਸੀਂ ਉਹਦਾ ਭਾਵ ਲੈ ਲੈਂਦੇ ਹਾਂ ਵੀ ਇਹ ਸਾਨੂੰ ਕੀ ਮੈਸੇਜ ਦੇ ਰਿਹਾ ਹੈ ਕੜਾ, ਜਾਂ ਕਿਸ ਚੀਜ਼ ਦੀ ਸਾਨੂੰ ਯਾਦ ਦਿਵਾਉਂਦਾ ਹੈ। ਬੜੀ ਇੰਟਰਸਟਿੰਗ ਸਾਖੀ ਹੈ ਇਤਿਹਾਸ ਦੇ ਵਿੱਚ ਕੜੇ ਦੇ ਪਿੱਛੇ। ਕੜੇ ਦਾ ਕਿਉਂਕਿ ਨਾ ਸੰਸਕ੍ਰਿਤ ਵਾਲਾ ਨਾਮ ਕਟਿਕ ਹੈਗਾ ਹੈ, ਔਰ ਬਾਣੀ ਚ ਤੇ ਕਿਤਨੀ ਵਾਰ ਆਇਆ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਿਕ ਕਟਿਕ ਜਲ ਤਰੰਗ ਜੈਸਾ। ਭਗਤ ਰਵਿਦਾਸ ਜੀ ਨੇ ਵੀ ਵਰਤਿਆ ਇੱਕ ਜਗ੍ਹਾ ਹੋਰ, ਕਹਿੰਦੇ ਅਨਿਕ ਕਟਿਕ ਜੈਸੇ ਭੂਲ ਭਰੇ, ਅਬ ਕਹਤੇ ਕਹਿਨ ਨਾ ਆਇਆ। ਕਟਿਕ ਸ਼ਬਦ। ਤੇ ਮੈਂ ਪਿਛਲੇ ਸਾਲ ਪਟਨਾ ਸਾਹਿਬ ਗਿਆ, ਸਤਿਗੁਰੂ ਜੀ ਨੇ ਬੁਲਾਇਆ ਮੈਨੂੰ ਉੱਥੇ, ਕਹਿ ਲਈਏ ਦਰਸ਼ਨ ਪਰਸਨ ਵਾਸਤੇ। ਤੇ ਪਟਨਾ ਸਾਹਿਬ ਜਦੋਂ ਜਾਈਏ ਨਾ, ਤੇ ਕੁਝ ਗੁਰਦੁਆਰਿਆਂ ਦੀ ਯਾਤਰਾ ਕੀਤੀ ਜਾਂਦੀ ਹੈ। ਉੱਥੇ ਇੱਕ ਗੁਰਦੁਆਰਾ ਜੇ ਗੁਰੂ ਕਾ ਬਾਗ, ਤੇ ਜਦੋਂ ਅਸੀਂ ਗੁਰੂ ਕੇ ਬਾਗ ਦਰਸ਼ਨ ਕਰਨ ਵਾਸਤੇ ਗਏ, ਆਪ ਵਿੱਚੋਂ ਜਿਹੜੇ ਗਏ ਹੋਵੋਗੇ, ਜਿਉਂ ਅਸੀਂ ਮੱਥਾ ਟੇਕਦੇ ਹਾਂ ਨਾ, ਤੇ ਮੱਥਾ ਟੇਕ ਕੇ ਜਿਵੇਂ ਅਸੀਂ ਪਰਿਕਰਮਾ ਸ਼ੁਰੂ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸੱਜੇ ਹੱਥ ਰੱਖਦੇ ਹੋਏ, ਤੇ ਪਰਿਕਰਮਾ ਜਿਉਂ ਕਰੋਗੇ ਨਾ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੈਰਲਲ ਹੀ ਉਸ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਕੜਾ ਪਿਆ ਹੋਇਆ ਹੈ ਫਰੇਮ ਦੇ ਵਿੱਚ। ਉੱਥੇ ਲਿਖਿਆ ਕੜਾ, ਤੇ ਬਹੁਤ ਪਹਿਲੇ ਸਮੇਂ ਤੋਂ ਲੋਕ ਪਾਉਂਦੇ ਸਨ। ਇਹ ਬੜੀ ਪੁਰਾਣੀ ਚੀਜ਼ ਹੈ, ਪਰ ਸਿੱਖ ਧਰਮ ਦੇ ਨਾਲ ਜਾਂ ਖਾਲਸਾ ਦੇ ਨਾਲ ਇਹਦਾ ਜੋ ਜੋੜ ਜੁੜਿਆ ਨਾ, ਉਹ ਬੜਾ ਅਭੂਤਪੂਰਵ ਹੈ। ਲੋਕੀ ਪਹਿਲੇ ਪਾ ਲੈਂਦੇ ਸਨ, ਸੋਨੇ ਦੇ ਕੜੇ ਪਾਉਂਦੇ ਸਨ, ਚਾਂਦੀ ਦੇ ਇੱਕ ਔਰਨਾਮੈਂਟ ਦੇ ਤਲ ਤੇ ਪਾਉਂਦੇ ਸਨ ਇਹਨੂੰ। ਪਹਿਲੀ ਵਾਰ ਦੁਨੀਆ ਵਿੱਚ ਐਸਾ ਹੋਇਆ ਕਿ ਕਿਸੇ ਨੇ ਆਪਣੀ ਉਮਤ ਨੂੰ ਸਰਬਲੋ ਦਾ ਕੜਾ ਦਿੱਤਾ ਹੋਵੇ। ਨਹੀਂ ਤੇ ਤੁਹਾਨੂੰ ਇਸ ਤੋਂ ਪਹਿਲੇ ਜੋ ਸਰਬਲੋ ਵਾਲਾ ਕਨਸੈਪਟ ਜੇ ਬਾਕੀ ਧਰਮਾਂ 'ਚ ਨਹੀਂ ਮਿਲੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਕੜਾ ਤੇ ਲੋਹੇ ਦਾ ਹੀ ਕੜਾ, ਜੇ ਆਪ ਅਗਰ ਧਿਆਨ ਨਾਲ ਵੇਖੋਗੇ ਤੇ ਮੇਰੇ ਖਿਆਲ ਨਾਲ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਇੱਕ ਬੜੀ ਸੋਹਣੀ ਔਰ ਸਵਾਦਲੀ ਸਾਖੀ ਆਈ ਕਿ ਸ਼ਨੀਵਾਰ ਦਾ ਦਿਨ ਸੀ, ਤੇ ਸ਼ਨੀਵਾਰ ਦੇ ਦਿਨ ਤੁਸੀਂ ਵੇਖੋ ਜਿਹੜੇ ਸ਼ਨੀਦਾਨ ਮੰਗਣ ਆਉਂਦੇ ਹਨ, ਜਿਨ੍ਹਾਂ ਨੂੰ ਡਕੌਤ ਜਾਂ ਡਗੋਤਰਾ ਕਹਿੰਦੇ ਹਨ, ਭਰੇ ਦਰਬਾਰ ਵਿੱਚ ਉਹ ਗੁਰੂ ਸਾਹਿਬ ਜੀ ਦੇ ਕੋਲ ਆ ਗਿਆ, ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗਾ ਕਿ ਬਈ ਮੈਨੂੰ ਸ਼ਨੀ ਦਾ ਦਾਨ ਦੇ ਦਿਓ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਇਹ ਕਹਿ ਲਓ ਇੱਕ ਸੁਭਾਅ ਸੀ ਕਿ ਸਿੱਖਾਂ ਨੂੰ ਨਾ ਕਈ ਵਾਰ ਐਸੀ ਹਾਲਤ 'ਚ ਪਾ ਦਿੰਦੇ ਸਨ ਬਈ ਇਹ ਸੋਚਣ ਤੇ ਮਜਬੂਰ ਹੋ ਜਾਣ। ਗੁਰੂ ਸਾਹਿਬ ਜੀ ਨੇ ਨਾ ਉਪਦੇਸ਼ ਦਿੱਤਾ ਲਾਂਗਰੀ ਨੂੰ, ਬਈ ਜਾ ਲੰਗਰ ਦੇ ਵਿੱਚੋਂ ਕਾਲੇ ਮਾਂ ਦੀ ਦਾਲ ਤੇ ਨਾਲ ਸਰੋਂ ਦਾ ਤੇਲ ਇਹ ਲੈ ਕੇ ਆ, ਕਿਉਂਕਿ ਸ਼ਨੀ ਦਾ ਦਾਨ ਹੀ ਹੈ, ਸਰੋਂ ਦਾ ਤੇਲ ਦਿੱਤਾ ਜਾਂਦਾ ਹੈ, ਕਾਲੇ ਮਾਂ ਦਿੱਤੇ ਜਾਂਦੇ ਨੇ, ਲੋਹਾ ਦਿੱਤਾ ਜਾਂਦਾ ਹੈ। ਤੇ ਇੱਕ ਸਿੱਖ ਨੂੰ ਹੁਕਮ ਕਰ ਦਿੱਤਾ ਕਿ ਜਾ ਬਾਜ਼ਾਰ ਤੋਂ ਥੋੜਾ ਜਿਹਾ ਲੋਹੇ ਦਾ ਪੀਸ ਲੈ ਆ, ਇੱਕ ਲੋਹਾ ਦੇ ਦੇ ਇਸ ਨੂੰ।
ਇਹ ਤਿੰਨ ਚੀਜ਼ਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਪੰਡਤ ਨੂੰ ਕਹਿ ਲਈਏ, ਉਸ ਡਕੌਤਰੇ ਨੂੰ ਦਾਨ ਵਿੱਚ ਦੇ ਦਿੱਤੀਆਂ। ਉਹ ਬੜਾ ਖੁਸ਼ ਕਿ ਜੇ ਗੁਰੂ ਨੇ ਸ਼ਨੀ ਦਾ ਦਾਨ ਦੇ ਦਿੱਤਾ ਤੇ ਅੱਜ ਤੋਂ ਬਾਅਦ ਮੇਰਾ ਇਸ ਘਰ ਵਿੱਚੋਂ ਸ਼ਨੀ ਦਾ ਦਾਨ ਪੱਕਾ ਹੋ ਗਿਆ। ਹੁਣ ਜਿਹੜੇ ਸਿੱਖ ਸਨ ਨਾ, ਉਹ ਦੇਖਦੇ ਰਹੇ ਸਾਰੀ ਗੱਲ, ਪਰ ਉਹਨਾਂ ਨੇ ਉਸ ਵੇਲੇ ਗੁਰੂ ਸਾਹਿਬ ਜੀ ਨੂੰ ਕੋਈ ਪ੍ਰਸ਼ਨ ਨਾ ਪਾਇਆ, ਕੋਈ ਗੱਲ ਨਹੀਂ ਸਤਿਗੁਰੂ ਨੂੰ ਕਹੀ। ਇਹ ਜਿਹੜਾ ਦਾਨ ਲੈਣ ਵਾਲਾ ਸੀ, ਇਹ ਬੜੇ ਮਜ਼ੇ ਨਾਲ ਨਾ ਸਾਰੀਆਂ ਚੀਜ਼ਾਂ ਲੈ ਕੇ ਜਾ ਰਿਹਾ ਸੀ ਘਰ, ਵੀ ਬਾਕੀਆਂ ਨੂੰ ਵੀ ਦੱਸਾਂਗਾ, ਆਪਣੇ ਬਰਾਦਰੀ ਵਾਲਿਆਂ ਨੂੰ, ਵੀ ਇੱਥੋਂ ਇਹ ਚੀਜ਼ ਸ਼ੁਰੂ ਹੋ ਗਈ। ਤੇ ਉਹ ਜਿਹੜੇ ਸਿੱਖ ਸਨ ਨਾ, ਉਹਦੇ ਪਿੱਛੇ ਪਿੱਛੇ ਚਲੇ ਗਏ, ਅਧਵਾਟੇ ਜਾ ਕੇ, ਅੱਧੇ ਰਸਤੇ ਜਾ ਕੇ, ਤੇ ਉਹਨੂੰ ਘੇਰ ਲਿਆ ਜਿਹੜਾ ਦਾਨ ਲੈ ਕੇ ਜਾ ਰਿਹਾ ਸੀ। ਉਹਨੂੰ ਕਹਿੰਦੇ ਕਿੱਥੇ ਲੈ ਕੇ ਚੱਲਿਆ ਹੈ? ਉਹਨੇ ਡਰਾ ਦਿੱਤਾ, ਕਹਿਣ ਲੱਗਾ ਇਹ ਚੀਜ਼ਾਂ ਤੁਹਾਡੇ ਵਾਸਤੀਆਂ ਨਹੀਂ, ਮੈਂ ਹਜ਼ਮ ਕਰ ਸਕਦਾ ਹਾਂ, ਇਹਦੇ ਵਿੱਚੋਂ ਇੱਕ ਦਾਣਾ ਵੀ ਤੁਸੀਂ ਖਾਓਗੇ ਨਾ ਤੇ ਤੁਹਾਨੂੰ ਮਤਲਬ ਬੜਾ ਕਸ਼ਟ ਆ ਜਾਏਗਾ। ਇਹ ਤੇ ਸਤਿਗੁਰੂ ਜੀ ਨੇ ਆਪਣੀ ਬਲਾ ਟਾਲਣ ਵਾਸਤੇ ਚੀਜ਼ਾਂ ਮੈਨੂੰ ਦਾਨ ਦਿੱਤੀਆਂ, ਲੋਕ ਆਪਣੀ ਬਲਾ ਟਾਲਣ ਵਾਸਤੇ ਦਿੰਦੇ ਹਨ, ਤੇ ਇਹਨੂੰ ਸਿਰਫ ਮੈਂ ਹਜ਼ਮ ਕਰ ਸਕਦਾ ਹਾਂ। ਉਹਨਾਂ ਨੇ ਕਿਹਾ ਤੂੰ ਇੱਥੇ ਬਹਿ ਚੁੱਪਚਾਪ, ਇਸ ਚੀਜ਼ਾਂ ਸਾਨੂੰ ਦੇ। ਇਤਿਹਾਸ ਕਹਿੰਦਾ ਹੈ ਕਿ ਮਾਵਾਂ ਦੀ ਦਾਲ ਵੀ ਸਾਰੀ ਦੀ ਸਾਰੀ, ਸਰੋਂ ਦਾ ਤੇਲ ਵੀ ਤੇ ਲੋਹਾ ਵੀ, ਇਹ ਤਿੰਨੋਂ ਚੀਜ਼ਾਂ ਖੋ ਲਈਆਂ ਉਹਦੇ ਕੋਲ। ਲੋਹਾ ਸੀ ਜਿਹੜਾ, ਉਹ ਇੱਕ ਲੁਹਾਰ ਨੂੰ ਜਾ ਕੇ ਦਿੱਤਾ ਬਈ ਇਹਦੇ ਕੜੇ ਬਣਾ ਗੋਲ ਗੋਲ ਸਰਬ ਲੋਹ ਦੇ, ਇਹ ਵਾਲੇ ਜਿਹੜੇ ਕੜੇ ਅਸੀਂ ਪਾਉਂਦੇ ਹਾਂ, ਆਪ ਜਿਹਨੇ ਵੀ ਪਾਇਆ ਹੋਏਗਾ, ਮੈਂ ਦਰਸ਼ਕਾਂ ਨੂੰ ਦਿਖਾਵਾਂਗਾ ਵੀ ਹੁਣੇ। ਅੱਜ ਕੱਲ ਅਸੀਂ ਪਤਾ ਚੂੜੀ ਦੀ ਤਰ੍ਹਾਂ ਕੜੇ ਪਾ ਲੈਂਦੇ ਹਾਂ, ਜਿਨ੍ਹਾਂ ਦੇ ਉੱਤੇ ਡਿਜ਼ਾਈਨ ਹੁੰਦਾ ਹੈ ਜਾਂ ਕਟਿੰਗ ਹੁੰਦੀ ਹੈ, ਜਾਂ ਪਤਲਾ ਜਿਹਾ ਕੜਾ। ਕੜਾ ਉਹ ਨਹੀਂ, ਕੜਾ ਇਹ ਜੇ, ਇਹ ਸਰਬ ਲੋਹ ਦਾ ਕੜਾ ਪਾਣਾ ਹੈ ਹਰ ਸਿੱਖ ਨੇ। ਇਹ ਦੇਖ ਲਓ, ਆਪ ਜੀ ਨੇ ਵੀ ਇਹੀ ਵਾਲਾ ਪਾਇਆ ਹੈ, ਬਿਲਕੁਲ ਇਹਦੇ ਉੱਤੇ ਕੋਈ ਚੂੜੀ ਨਹੀਂ ਪਾਣੀ, ਅਸਾਂ ਨੇ ਕੜਾ ਪਾਣਾ ਹੈ। ਤੇ ਰਾਤੀ ਲੰਗਰ ਵਿੱਚ ਉਹ ਦਾਲ ਦੇ ਦਿੱਤੀ, ਉਸਨੂੰ ਭਿਗੋ ਦਿੱਤਾ ਗਿਆ। ਸਵੇਰੇ ਸਵੇਰੇ ਉਸ ਦਾਲ ਨੂੰ ਪੀਸ ਲਿਆ ਗਿਆ, ਤੇ ਜਿਹੜਾ ਸਰੋਂ ਦਾ ਤੇਲ ਸੀ, ਉਸ ਸਰੋਂ ਦੇ ਤੇਲ ਵਿੱਚ ਉਹਦੇ ਵੜੇ ਤਲ ਦਿੱਤੇ ਗਏ। ਇਹ ਪੜ੍ਹਨਾ ਇਤਿਹਾਸ ਤੁਹਾਨੂੰ ਸਾਖੀ ਮਿਲੇਗੀ। ਸੰਗਤ ਵਿੱਚ ਜਦੋਂ ਦੀਵਾਨ ਸਜਿਆ, ਭੋਗ ਪਿਆ, ਤੇ ਉਹ ਵੜੇ ਵਰਤਾਏ ਗਏ ਸੰਗਤ ਦੇ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ। ਸੰਗਤ ਬੜੀ ਖੁਸ਼ ਅੱਜ ਬਈ ਇਹ ਨਵਾਂ ਪ੍ਰਸ਼ਾਦ ਮਿਲ ਗਿਆ। ਤੇ ਉਹ ਜਿਹੜੇ ਸਿੱਖ ਜਿਨ੍ਹਾਂ ਨੇ ਉਸ ਨੂੰ ਘੇਰਿਆ ਸੀ ਤੇ ਉਹ ਸਭ ਕੁਝ ਖੋਇਆ ਸੀ ਨਾ, ਅਗਲੇ ਦਿਨ ਹੱਥਾਂ ਦੇ ਵਿੱਚ, ਆਪਣੇ ਕਲਾਈਆਂ ਦੇ ਵਿੱਚ ਇਹ ਵਾਲੇ ਕੜੇ ਪਾ ਕੇ ਆ ਗਏ। ਹੁਣ ਜਾਣੀ ਜਾਣ ਸਤਿਗੁਰੂ ਮਨ ਹੀ ਮਨ ਮੁਸਕਰਾ ਰਹੇ ਸਨ। ਗੁਰੂ ਗੋਬਿੰਦ ਸਿੰਘ ਜੀ ਜਾਣਦੇ ਤੇ ਸਨ ਸਭ ਕੁਝ ਵੀ ਕੀ ਹੋਇਆ, ਪਰ ਸੰਗਤ ਨੂੰ ਸਿੱਖਿਆ ਦੇਣ ਵਾਸਤੇ ਪੁੱਛਿਆ, ਕਹਿੰਦੇ ਵੀ ਇਹ ਅੱਜ ਵੜੇ ਕੌਣ ਲੈ ਕੇ ਆਇਆ, ਤੇ ਤੁਸੀਂ ਹੱਥਾਂ ਵਿੱਚ ਕੜੇ ਕਿਉਂ ਪਾਏ? ਧਿਆਨ ਨਾਲ ਦੇਖੋ, ਵੜੇ ਤੇ ਕੜੇ ਦੋਵੇਂ ਜੁੜਦੇ ਹਨ ਆਪਸ ਵਿੱਚ। ਤੇ ਉਹਨਾਂ ਸਿੱਖਾਂ ਨੇ ਕਿਹਾ, ਕਹਿਣ ਲੱਗੇ ਪਾਤਸ਼ਾਹ, ਇੱਕ ਪਾਸੇ ਤੁਸੀਂ ਸਾਨੂੰ ਕਹਿੰਦੇ ਹੋ ਵੀ ਪਖੰਡ 'ਚ ਨਹੀਂ ਪੈਣਾ, ਇਹਨਾਂ ਭਰਮਾਂ 'ਚ ਨਹੀਂ ਪੈਣਾ, ਤੇ ਕੱਲ ਤੁਸਾਂ ਨੇ ਉਸ ਪੰਡਤ ਨੂੰ ਦਾਨ ਦੇ ਦਿੱਤਾ, ਅਸੀਂ ਕੁਝ ਨਾ ਬੋਲੇ, ਪਰ ਸਾਡੇ ਮਨ 'ਚ ਸ਼ੰਕਾ ਸੀ ਵੀ ਗੁਰੂ ਘਰ ਤੇ ਇਹਨਾਂ ਦਾਨ ਪੁੰਨ ਦੇ, ਤੀਰਥ ਤਪ ਦਿਆਦਤ ਦਾਨ, ਇਹਨਾਂ ਚੱਕਰਾਂ 'ਚ ਪੈਂਦਾ ਹੀ ਕੋਈ ਨਹੀਂ, ਤੇ ਤੁਸਾਂ ਨੇ ਇਹ ਜੋ ਇਹ ਸਭ ਕੁਝ ਦਿੱਤਾ ਸੀ ਉਹਦੇ ਕੋਲੋਂ ਖੋਹ ਲਿਆ। ਉਹ ਕਹਿੰਦਾ ਸੀ ਹਜ਼ਮ ਨਹੀਂ ਕੋਈ ਕਰ ਸਕਦਾ, ਅਸੀਂ ਹਜ਼ਮ ਕਰਕੇ ਦਿਖਾਵਾਂਗੇ। ਇਹ ਵੜੇ ਉਸ ਦਾਲ ਦੇ ਅਸੀਂ ਸੰਗਤ 'ਚ ਵੰਡ ਦਿੱਤੇ, ਉਹ ਤੇਲ ਫਿਰ ਲੰਗਰ ਵਿੱਚ ਵਰਤਾ ਦਿੱਤਾ, ਲੰਗਰ ਵਿੱਚ ਵਰਤਿਆ ਗਿਆ, ਤੇ ਲੋਹੇ ਦੇ ਅਸੀਂ ਕੜੇ ਬਣਾ ਲਏ। ਉਸ ਦਿਨ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਇਤਨੇ ਖੁਸ਼ ਹੋਏ, ਉਹ ਕਹਿੰਦੇ ਸਿੱਖ ਦਾ ਜਿਹੜਾ ਕੜਾ ਹੈ, ਇਹ ਕੜਾ ਸਿੰਬਲਾਈਜ਼ ਕਰੇਗਾ, ਕਿਉਂਕਿ ਪ੍ਰਸ਼ਨ ਸਿੰਬਲਾਈਜ਼ ਦਾ ਸੀ, ਪ੍ਰਤੀਕ ਹੋਏਗਾ ਕਿ ਮੇਰਾ ਸਿੱਖ ਹਰ ਕਿਸਮ ਦੇ ਵਹਿਮ ਔਰ ਭਰਮ ਤੋਂ ਮੁਕਤ ਹੋ ਗਿਆ ਹੈ। ਤੇ ਵਾਟ ਡਸ ਦਾ ਕੜਾ ਸਿੰਬਲਾਈਜ਼ਸ, ਇਹਦਾ ਅਰਥ ਜੇ ਕਿ ਹਰ ਵਹਿਮ ਔਰ ਭਰਮ ਤੋਂ ਮੁਕਤੀ ਦਾ ਪ੍ਰਤੀਕ ਇਹ ਕੜਾ ਜੇ। ਜਿਹੜਾ ਸਿੱਖ ਇਹ ਕੜਾ ਪਾਏਗਾ ਤੇ ਯਕੀਨ ਜਾਣਨਾ, ਇਹ ਕੜਾ ਦੱਸੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ, ਗੁਰੂ ਨਾਨਕ ਦਾ ਸਿੱਖ ਹਰ ਵਹਿਮ ਔਰ ਭਰਮ ਤੋਂ ਮੁਕਤ ਹੈ, ਕੋਈ ਵਹਿਮ ਔਰ ਭਰਮ ਉਹਦੇ ਉੱਤੇ ਹਾਵੀ ਨਹੀਂ ਹੋ ਸਕਦਾ। ਦੂਜੀ ਚੀਜ਼, ਇਹਨੂੰ ਬਾਅਦ 'ਚ ਸਤਿਗੁਰੂ ਜੀ ਨੇ ਸਾਡੇ 5 ਕਕਾਰਾਂ ਵਿੱਚ ਸ਼ਾਮਿਲ ਕਰ ਦਿੱਤਾ ਹੈ। ਇਹਦੀ ਹੁਣ ਯੂਟਿਲਿਟੀ ਦਾ ਮੈਂ ਤੁਹਾਡੇ ਨਾਲ ਜ਼ਿਕਰ ਕਰਾਂ ਕਿ ਮੈਦਾਨੇ ਜੰਗ ਦੇ ਵਿੱਚ ਇਹ ਜਿਹੜਾ ਕੜਾ ਜੇ ਨਾ, ਜਦੋਂ ਇੱਥੇ ਤਲਵਾਰ ਪੈਂਦੀ ਸੀ ਤੇ ਇਸ ਗੁੱਟ ਨੂੰ ਕੱਟਣ ਤੋਂ ਬਚਾਉਂਦਾ ਸੀ। ਇੱਕ ਤਰੀਕੇ ਦੀ ਇਹ ਢਾਲ ਹੈ ਕਿ ਸਭ ਤੋਂ ਪਹਿਲੇ ਜਦੋਂ ਤਲਵਾਰ ਮਾਰੀ ਜਾਂਦੀ ਸੀ ਨਾ, ਇੱਥੋਂ ਹਾਥੀ ਅਲੱਗ ਕੀਤਾ ਜਾਂਦਾ ਸੀ। ਤੇ ਜਿਹੜਾ ਕੜਾ ਹੈ ਸਾਡਾ, ਇਹ ਯੂਟਿਲਿਟੀ ਵੀ ਹੈ ਮੈਦਾਨੇ ਜੰਗ ਦੇ ਵਿੱਚ, ਕਿ ਤਲਵਾਰ ਦਾ ਜਦੋਂ ਵਾਰ ਆਵੇ ਤੇ ਸਾਡੀ ਕਲਾਈ ਨੂੰ ਇੱਥੇ ਤਲਵਾਰ ਟਕਰਾਏਗੀ, ਸਾਡੇ ਹੱਥ ਨੂੰ ਨਹੀਂ ਕੱਟ ਸਕੇਗੀ। ਤੀਸਰੀ ਚੀਜ਼, ਅੱਜ ਵਿਗਿਆਨਿਕਾਂ ਨੇ ਸਿੱਧ ਕਰ ਦਿੱਤਾ ਗਿਆ, ਤੁਸੀਂ ਸਚਿਨ ਤੰਦੁਲਕਰ, ਵੱਡੇ ਵੱਡੇ ਸੈਲੀਬ੍ਰਿਟੀ ਵੇਖੋ, ਉਹ ਵੀ ਹੱਥ 'ਚ ਕੜਾ ਪਏ ਪਾਉਂਦੇ ਹਨ, ਭਾਵੇਂ ਉਹਨਾਂ ਨੂੰ ਇਹਦਾ ਸਾਡਾ ਗੁਰਮਤ ਵਾਲਾ ਪਿਛੋਕੜ ਨਹੀਂ ਪਤਾ, ਲੇਕਿਨ ਉਹ ਕਹਿੰਦੇ ਕਿ ਜਦੋਂ ਇਹ ਲੋਹਾ ਸਾਡੀ ਕਲਾਈ ਦੇ ਨਾਲ ਜਿਤਨੀ ਵਾਰ ਦਿਨ ਦੇ ਵਿੱਚ ਰਗੜ ਖਾਏਗਾ ਨਾ, ਉਤਨੀ ਵਾਰ એનર્ਜੀ ਪੈਦਾ ਹੁੰਦੀ ਹੈ ਸਾਡੇ ਅੰਦਰ, ਇੱਕ ਇਹ ਵੀ ਮੰਨਿਆ ਜਾਂਦਾ। ਤੇ ਸਿੱਖ ਨੂੰ ਇਸ ਕਰਕੇ ਪਾਣਾ ਹੈ, ਮੈਂ ਰੀਜ਼ਨਸ ਨਹੀਂ ਦੇਵਾਂਗਾ, ਕੇਵਲ ਇੱਕ ਰੀਜ਼ਨ ਜੇ, ਸਿੱਖ ਨੂੰ ਗੁਰੂ ਦਾ ਹੁਕਮ ਹੈ, ਇਸ ਕਰਕੇ ਸਿੱਖ ਨੇ ਕੜਾ ਪਹਿਨਣਾ ਹੈ। ਬਸ ਜਿੱਥੇ ਹੁਕਮ ਆ ਗਿਆ, ਹੁਕਮ ਦੇ ਅੱਗੇ ਕੋਈ ਤਰਕ ਜਾਂ ਕੋਈ ਕਿੰਤੂ ਪਰੰਤੂ ਨਹੀਂ ਚਲਦੀ। ਨਿਸ਼ਾਨੇ ਸਿੱਖੀ ਹੀ 5 ਹਰਫ ਕਾਫ, ਭਾਈ ਨੰਦ ਲਾਲ ਜੀ ਨੇ ਜੋ ਲਿਆ ਹੈ ਕਿ ਸਿੱਖੀ ਦੇ 5 ਨਿਸ਼ਾਨ ਹਨ,
ਜਿਸ ਦੇ ਵਿੱਚ ਕੇਸ ਹੈ, ਕੰਗਾ ਹੈ, ਕਿਰਪਾਨ ਹੈ, ਕੜਾ ਹੈ ਤੇ ਕਛਹਿਰਾ ਹੈ। ਇਹ ਪੰਜ ਦੇ ਪੰਜ ਕੱਕੇ, ਪੰਜ ਕਕਾਰੀ ਵਰਦੀ ਇਹਨੂੰ ਕਹਿੰਦੇ ਹਨ। ਇਹ ਪੰਜ ਕਕਾਰੀ ਵਰਦੀ ਹਰ ਅੰਮ੍ਰਿਤਧਾਰੀ ਸਿੱਖ ਨੇ ਧਾਰਨ ਕਰਨੀ ਹੈ। ਔਰ ਜੋ ਕੜਾ ਹੈ ਸਿੰਬਲਾਈਜ਼ ਕਰਦਾ ਹੈ ਕਿ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਗੁਰੂ ਨਾਨਕ ਦਾ, ਗੁਰੂ का ਸਿੱਖ ਹਰ ਵਹਿਮ ਔਰ ਭਰਮ ਤੋਂ ਉੱਪਰ ਉੱਠ ਚੁੱਕਿਆ ਹੈ। ਇਹ ਕਿਸੇ ਐਸੇ ਦਾਨ ਪੁੰਨ ਦੇ ਚੱਕਰ 'ਚ ਜਾਂ ਡਰ ਵਿੱਚ ਨਹੀਂ ਪਏਗਾ। ਕੋਈ ਨੂੰ ਡਰਾਏਗਾ ਨਾ ਅੱਗੇ ਤੇ ਇਹ ਸਿੱਖ ਬਸ ਇਸ ਕੜੇ ਨੂੰ ਵੇਖ ਲਵੇ। ਤੇ ਜਿਸ ਵੇਲੇ ਮੈਂ ਟਕਸਾਲੀ ਵਿਦਵਾਨਾਂ ਦੀ ਸੰਗਤ ਕੀਤੀ, ਉਹ ਕਹਿੰਦੇ ਕੜਾ ਨਹੀਂ, ਇਹ ਹੱਥਕੜੀ ਹੈ। ਇਹ ਕੜਾ ਇਹ ਵੀ ਦੱਸਦਾ ਹੈ ਕਿ ਸਿੱਖ ਨੇ ਨਾ ਹੱਥਾਂ ਨਾਲ ਕਦੀ ਗਲਤ ਸਾਈਨ ਨਹੀਂ ਕਰਨੇ। ਕਦੀ ਕਿਸੇ ਦਾ ਪਰਾਇਆ ਹੱਕ ਅਗਰ ਖੋਣ ਵਾਸਤੇ ਹੱਥ ਅੱਗੇ ਵਧ ਰਿਹਾ ਹੈ ਤੇ ਹੱਥ ਵਿੱਚ ਪਿਆ ਹੋਇਆ ਜਿਹੜਾ ਕੜਾ ਹੈ ਰੋਕੇਗਾ ਸਾਨੂੰ। ਇਹ ਗੁਰੂ ਦੀ ਹੱਥਕੜੀ ਵੀ ਹੈ। ਤੋ ਇਹ ਕੁਝ ਜ਼ਿਕਰ ਹੈ ਜੋ ਕੜੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਜੁੜਿਆ ਹੋਇਆ ਹੈ। ਪਹਿਨਣਾ ਕਿਉਂ ਹੈ? ਕਿਉਂਕਿ ਗੁਰੂ ਦਾ ਹੁਕਮ ਹੈ ਸਿੱਖ ਨੂੰ, ਬਸ। बहुत ही आनंद बनया वीर जी। अज बड़ा अच्छा सैशन रहा है। मैं संगत तो लेकिन माफ़ी मंगना, 2-3 क्वेश्चन होर सीगे बट असी ऑलरेडी टाइम तो उपर जा चुके हैं। लेकिन जिहड़ी गल आखिरी च वीर जी ने की, गुरु का हुक्म साडे लई, सिख लई कुछ भी गुरु तो हुक्म तो उपर नहीं है। अज की हो गया है, सिख ने हुक्म तो अगर कॉम्प्रोमाइज़ रख लिया। हुक्म मैं मतलब इस गल नूं इस करके इत्थे बोलने की जरूरत भी कर रहे हैं क्योंकि जिहड़ी वीर जी ने गल की थी ना, दुखांत है कि वीरां नूं मैं देखना दस्तारा छोड़ के टोपी पाते ने। गुरु का हुक्म है दस्तार सजानी है मेरे वीरों, टोपी विच गुरु की बख्शिश नहीं। आसानी तुहानूं लगदी होएगी कि पा लिया, लेकिन नहीं, गुरु साहब की एक कुरैत है। गुरु ने मना किया। मेरे पातशाह जी ने कृपा की है, सानूं शस्त्र दिते ने। सानूं ना गुरु सच्चे पातशाह जी ने माइंड, बॉडी, सोल इन्हां तिन्नां दी डेवलपमेंट की गल की है अपने रिलीजन दे विच। उन्होंने केवल शरीर की, सिर्फ करन दी, सिर्फ माइंड की, सिर्फ स्पिरिचुअलिज्म की या सिर्फ बॉडी की गल नहीं की। इन्हां तीनां दी एक कंबाइंड ग्रोथ, एक ओवरऑल डेवलपमेंट की गल की है सच्चे पातशाह जी ने। जे हरिद्वार जाके पंडितां नूं समझाउण दी कोशिश की है कि सूरज नूं पानी पाउण नाल कुछ नहीं होना, पानी कित्थे पाना है। ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ, ਲੇਕਿन ਅੱਜ ਅਸੀਂ ਕੰਪਰੋਮਾਈਜ਼ ਕਰ ਰਹੇ ਹਾਂ। मैं देखना कई सिख वीर ने ਜਿਹੜੇ शनि ਦੇ ਦਾਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਅਖਬਾਰ ਵਿੱਚ ਆਏ ਭਵਿੱਖ ਨੂੰ ਪੜ੍ਹ ਕੇ ਵਿਸ਼ਵਾਸ ਕਰਦੇ ਨੇ, ਮੌਲੀਆਂ ਬਣਨ ਦੇ ਵਿੱਚ ਵਿਸ਼ਵਾਸ ਕਰਦੇ ਨੇ, ਮੰਗਲਵਾਰ ਨੂੰ ਮੰਨਣ ਦੇ ਵਿੱਚ ਵਿਸ਼ਵਾਸ ਕਰਦੇ ਨੇ। ਮੁਬਾਰਕ ਹੈ ਜੋ ਮੰਨਦੇ ਨੇ, ਉਹ ਉਹਨਾਂ ਦਾ ਧਰਮ ਹੈ, ਮੁਬਾਰਕ ਹੈ, ਉਹਨਾਂ ਨੂੰ ਮੰਨਣਾ ਚਾਹੀਦਾ। लेकिन एक सिख को गुरु का हुक्म मनना चाहिए, उस तो अगे कुछ भी नहीं। गुरु का हुक्म बड़े क्लीयर ने। अज सानू कई तरीके दे नाल गुमराह भी किया जा रहा है। तो मैं इस बारे गल कहांगा कि वीरो, अपने गुरु नूं समझो, अपने गुरु के सिद्धांतां नूं समझण की कोशिश करो। गुरु ग्रंथ साहिब जी के सहज पाठ करो, महाराज की एक एक अखर नूं समझण की कोशिश करो। भाई साहब जी वर्गे विद्वान साडे शहर च ने। जे तुसीं देहरादून बिलोंग करते हो, भाई साहब जी तक पहुँच करो, गुरुद्वारे जाके पूछ लो। जे कोई डाउट है तुसीं सानू क्वेश्चन भेजो, असीं कोशिश करांगे इन्हां सैशनां दे विच लैण दे लई। लेकिन कोशिश ये करो कि अपना जीवन सिखां वाला जीवन बनाओ, खालसे वाला जीवन बनाओ। पातशाह जी दे देखो कितने आशिकी की गल ऐसी होंदी है कि पातशाह जी ने जो हुक्म किया है, सिखां ने उस तो मुख कभी नहीं मोड़िया। जे गड़ी दे विच गिणे चुणे सिंह हज़ारां दी फौज खड़ी है, गुरु ने कहता ना लड़ना है तो लड़ना है। महाराज की ऐसी दया सी। एक एक सिख, तुसीं इतिहास पढ़ो, चमकौर की गड़ी दे विच एक एक सिख, एक एक साहिबजादा लखां दी फौजां दे नाल लड़ रहा है। हुक्म है गुरु का, पातशाह का हुक्म हो गया, उहदे अगे मत्था टेकता, खत्म गल। उस तो अगे कोई क्वेश्चन नहीं आने। बिल्कुल। क्योंकि अज असीं कई बार ये गल करने तो लोग कहते हैं नहीं जी वो समा अलग सी। कोई समा अलग नहीं सी जी। अज भी उन्ना ही खतरनाक समय जिन्ना पुराना सीगा जी। धर्म बदल जाते हैं, राज बदल जाते हैं, वक्त बदल जाते हैं, लेकिन जिन्होंने जुल्म करना है वो जुल्म नहीं बदल रहे। जिन्होंने लोगों को धर्म तो भटकाना है, उन्होंने ईगो इतनी वड्डी होती है कि वो लोगों के दूजिया के धर्म नूं, दूजिया के विश्वास नूं एक्सैप्ट ही नहीं कर पाते। वो सोचते हैं असीं अपने धर्म की बड़ी वड्डी सेवा कर रहे हैं, लेकिन असल में अपनी ईगो की सेवा कर रहे होंगे ने। इतिहास गवाह है, इतिहास पढ़ो, ऐसे राजे या टाइम बड़ा आया है। तो अज मैं इन्नी बेनती जरूर करांगा, अज प्रोग्राम के राही ये 2 मिनट लैके मैं बेनती की आप जी के चरणों च, कृपा करो गुरु सच्चे पातशाह जी के हुक्मां नूं समझो,
ਗੁਰਬਾਣੀ ਦੇ ਆਸ਼ੇ ਦੇ ਵਿੱਚ, ਉਸ ਚਾਨਣ ਦੇ ਵਿੱਚ ਗੁਰੂ ਦੇ ਆਪਣੇ ਜੀਵਨ ਨੂੰ ਬਤੀਤ ਕਰਨ ਦੀ ਕੋਸ਼ਿਸ਼ ਕਰੋ, ਆਪਣੇ ਲਾਈਫ ਸਟਾਈਲ ਨੂੰ ਉਸ ਤਰੀਕੇ ਨਾਲ ਮੋਲਡ ਕਰਨ ਦੀ ਕੋਸ਼ਿਸ਼ ਕਰੋ ਕਿ ਸੱਚੇ ਪਾਤਸ਼ਾਹ ਜੀ ਦੀ ਅਸੀਂ ਖੁਸ਼ੀਆਂ ਲੈ ਸਕੀਏ, ਸੱਚੇ ਪਾਤਸ਼ਾਹ ਜੀ ਦੀ ਗੋਦ ਦਾ ਆਨੰਦ ਮਾਣ ਸਕੀਏ, ਉਸ ਪਰਮਾਤਮਾ ਨੂੰ ਵੀ ਮਿਲ ਸਕੀਏ ਤੇ ਇਸ ਜੀਵਨ ਨੂੰ ਵੀ ਸੁਧਾਰ ਸਕੀਏ। ਸੈਸ਼ਨ ਕਰਦੇ ਹਾਂ, ਬੋਲਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਬਖਸ਼ ਲੈਣਾ ਜੀ। मैं ज्ञानी जी का फिर एक बार धन्यवाद करना, विच आप जी का बहुत बहुत शुकराना है। हर बार आप जी को जब बेनती करो आप जी कृपा करके टाइम देते हो तो पूरे तसल्ली के नाल हर सवाल का जवाब देने की कोशिश करते हो। महाराज दया करे लाहा सानू मिलता रहे। साडी गुरु चरणों च अरदास है, आप जी अगे मेरी बेनती है, साडी गलतियां ना चितारना जी, दया करना जी। संगत जी वाहिगुरू जी का खालसा, वाहिगुरू जी का खालसा, वाहिगुरू वाहिगुरू जी की फतेह।